ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਜਸਵੀਰ ਸਿੰਘ ਪੱਟੀ, ਸ਼ਿਵਿੰਦਰ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਤੇ ਸਾਡੇ ਸਟਾਫ ਵੱਲੋਂ ਆਪ ਜੀ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 12 ਫਰਵਰੀ, ਸ਼ਾਮ ਦੇ 6:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਲਾਈਵ ਜੁੜੇ ਹੋਏ ਹੋ। ਪ੍ਰੋਗਰਾਮ ਸ਼ਮਾਦਾਨ ਦਾ ਮੁੜ ਪ੍ਰਸਾਰਨ ਹੁਣ ਤੋਂ 4 ਘੰਟਿਆਂ ਬਾਅਦ, ਯਾਨੀ ਕਿ 10:30 ਵਜੇ ਤੇ ਫਿਰ 11 ਘੰਟਿਆਂ ਬਾਅਦ ਸਵੇਰੇ 5:30 ਵਜੇ ਹੁੰਦਾ। ਇਸ ਤੋਂ ਇਲਾਵਾ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸਵੇਰੇ 7:30 ਵਜੇ ਵੀ ਲਾਈਵ ਪ੍ਰਸਾਰਿਤ ਕੀਤਾ ਜਾਂਦਾ, ਜਿਸ ਨੂੰ ਤੁਸੀਂ ਸੁਣ ਸਕਦੇ ਹੋ ਅਤੇ ਆਪਣੇ ਵਿਚਾਰ ਵੀ ਦੇ ਸਕਦੇ ਹੋ, ਗੱਲਾਂ ਬਾਤਾਂ ਕਰ ਸਕਦੇ ਹੋ। ਲੋਕ ਗੀਤ ਆਧਾਰਿਤ ਤੁਹਾਡੀਆਂ ਗੱਲਾਂ ਬਾਤਾਂ ਆਧਾਰਿਤ, ਮਨਪਸੰਦ ਗੀਤਾਂ ਦੇ ਆਧਾਰਿਤ ਹਲਕੀਆਂ ਫੁਲਕੀਆਂ ਗੱਲਾਂ ਜਿਹੜੀਆਂ ਨੇ ਤੁਸੀਂ ਭਾਰਤੀ ਸਮੇਂ ਅਨੁਸਾਰ ਸਵੇਰੇ 7:30 ਵਜੇ ਮਨੀਸ਼ਾ ਨਾਲ ਕਰ ਸਕਦੇ ਹੋ। ਸੋ ਆਗਾਜ਼ ਕਰਨ ਤੋਂ ਪਹਿਲਾਂ ਪ੍ਰੋਗਰਾਮ ਦਾ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ ਵਾਸ਼ਿੰਗਟਨ ਫਰੇਟ ਸਰਵਿਸ ਵੱਲੋਂ, ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਡੇਲੀ ਕੰਮ ਤੋਂ ਤੁਸੀਂ ਘਰੇ ਜਾ ਸਕਦੇ ਹੋ, ਪੰਜਾਬੀ ਅਤੇ ਇੰਗਲਿਸ਼ 'ਚ ਡਿਸਪੈਚ ਕਰ ਸਕਦੇ ਹੋ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ ਸੰਪਰਕ ਕਰੋ 2063544060। ਜਗਦੇਵ ਸੰਧੂ ਹੋਰਾਂ ਨਾਲ 2532666924। ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਜੀ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਸੈਟਲ ਤੋਂ, ਜਿਹੜੇ ਕਿ ਇਸ ਪ੍ਰੋਗਰਾਮ ਨੂੰ ਹਮੇਸ਼ਾ ਹੀ ਸਪੋਰਟ ਕਰਦੇ ਰਹਿੰਦੇ ਨੇ। ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ ਜਿਹੜੀ ਹੈ ਐਡ ਚੱਲਦੀ ਹੈ ਜੀ, ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ, ਜਿੰਨੇ ਆਪਣੇ ਵੀਰ ਨੇ, ਟਰੱਕਰ ਵੀਰ ਹੈ ਖਾਸ ਕਰਕੇ, ਉਹ ਜ਼ਰੂਰ ਉਹਨਾਂ ਦੇ ਨਾਲ ਰਾਬਤਾ ਰੱਖਿਆ ਕਰੋ। ਸੋ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੁਣੀ ਜੁੜ ਗਏ ਨੇ। ਪੱਟੀ ਸਾਹਿਬ, ਗੁਰਫਤਿਹ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਗੱਲਬਾਤ ਕਰੀਏ ਤਾਂ ਕਿਸਾਨ ਜਥੇਬੰਦੀਆਂ ਦੀ ਕੋਈ ਗੱਲਬਾਤ ਚੱਲ ਰਹੀ ਹੈ ਹਜੇ ਤੱਕ, ਕਿ ਟੁੱਟ ਚੁੱਕੀ ਹੈ, ਖੜੋਤ ਆ ਚੁੱਕੀ ਹੈ? ਜਿੱਥੋਂ ਤੱਕ ਕਿਸਾਨ ਜਥੇਬੰਦੀਆਂ ਦੀ ਚਰਚਾ ਜ਼ਰੂਰ ਹੈ ਜੀ। ਤੇ ਜਦੋਂ ਵੀ ਕੋਈ ਗੱਲਬਾਤ ਸ਼ੁਰੂ ਕਰਨੀ ਹੋਵੇ, ਪਹਿਲਾਂ ਗੈਰ ਰਸਮੀ ਗੱਲ ਸ਼ੁਰੂ ਕੀਤੀ ਹੈ ਜੀ। ਇਹਨਾਂ ਪਹਿਲਾਂ ਰਸਮੀ ਤੌਰ ਤੇ ਸ਼ੁਰੂ ਕੀਤੀ ਹੈ, ਜਿਹਦੇ ਕਰਕੇ ਨੇਪਰੇ ਵੀ ਚੜੇ ਜੀ। ਹੁਣ ਇਹ ਚਰਚਾਵਾਂ ਦਾ ਬਾਜ਼ਾਰ ਗਰਮ ਆ। ਪੱਟੀ ਸਾਹਿਬ ਥੋੜੀ ਜਿਹੀ ਆਵਾਜ਼ 'ਚ ਡਿਸਟਰਬੈਂਸ ਹੈ, ਸ਼ਾਇਦ ਦੁਬਾਰਾ ਤੋਂ ਨਾ ਕਾਲ ਲਾਉਣੀ ਪੈ ਜੇ ਜੀ। ਦੁਬਾਰਾ ਤੋਂ ਕਾਲ ਲਾਉਣੀ ਹੁਣ ਦੇਖੋ, ਨਹੀਂ ਜੀ, ਕੱਟ ਰਹੀ ਹੈ ਜੀ। ਕੋਸ਼ਿਸ਼ ਕਰਦੇ ਹਾਂ ਦੁਬਾਰਾ ਤੋਂ ਰਾਬਤਾ ਕਾਇਮ ਕਰ ਲਈਏ। ਸੋ ਦੱਸ ਦਈਏ ਕਿ ਅੱਜ ਮੇਰੇ ਨਾਲ ਸ਼ਿਵਿੰਦਰ ਜੀ ਜੁੜਨਗੇ। ਸ਼ਿਵਿੰਦਰ ਜੀ ਨਾਲ ਤੁਸੀਂ ਖੁੱਲ੍ਹੀਆਂ ਆਪਣੇ ਵਾਰਤਾਲਾਪ ਵੀ ਕਰ ਸਕਦੇ ਹੋ, ਸਵਾਲ ਜਵਾਬ ਕਰ ਸਕਦੇ ਹੋ। ਫੋਨ ਨੰਬਰ ਨੇ ਜੀ 9216410666, 92 164 10 666, 98 149 10 666 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਨੂੰ ਸਪੋਂਸਰ ਕਰਨ ਦੇ ਲਈ ਜਾਂ ਇਹਦੇ ਵਿੱਚ ਐਡਵਰਟੀਜ਼ਮੈਂਟ ਦੇਣ ਦੇ ਲਈ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਜੀ ਮੇਰੇ ਨਾਲ 9780141741 'ਤੇ। ਐਨੂਅਲ ਪੈਕੇਜ ਸਾਰਾ ਸਾਲ ਜੇਕਰ ਚਲਾਉਣੇ ਚਾਹੁੰਦੇ ਹੋ, 6 ਮਹੀਨਿਆਂ ਦੀ ਐਡਵਰਟੀਜ਼ਮੈਂਟ ਚਲਾਉਣਾ ਚਾਹੁੰਦੇ, ਬੜੇ ਅੱਛੇ ਪੈਕੇਜਿਸ ਤੁਹਾਨੂੰ ਦੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਵੀ ਐਡਵਰਟੀਜ਼ਮੈਂਟਸ ਤੁਸੀਂ ਚਲਾ ਸਕਦੇ ਹੋ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਲਗਾਤਾਰ ਹੁਣ ਜੇਕਰ ਗੱਲ ਕਰੀਏ ਤਾਂ 7ਵਾਂ ਸਾਲ ਲੱਗ ਚੁੱਕਿਆ। ਸੋ ਆਪ ਦੀ ਬਦੌਲਤ ਇਹ ਪ੍ਰੋਗਰਾਮ ਦਿਨ ਦੁੱਗਣੀ ਰਾਤ ਚੌਗਣੀ ਜਿਹੜਾ ਸਰੋਤਿਆਂ ਦੇ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਜੀ। ਪੱਟੀ ਸਾਹਿਬ, ਗੱਲ ਕਰ ਰਹੇ ਸੀ ਆਪਾਂ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਕੀ ਗੱਲਬਾਤ ਚੱਲ ਰਹੀ ਹੈ, ਜਾਂ ਟੁੱਟ ਭੱਜ ਗਈ ਹੈ ਕਿ ਖੜੋਤ ਆ ਗਈ ਹੈ? ਦੇਖੋ ਦਾਨੇਵਾਲੀਆ ਸਾਹਿਬ, ਜਦੋਂ ਵੀ ਕੋਈ ਇਹੋ ਜਿਹੀ ਗੱਲਬਾਤ ਝਗੜੇ ਚੱਲਦੀ ਤੇ ਗੈਰ ਰਸਮੀ ਗੱਲ ਸ਼ੁਰੂ ਹੁੰਦੀ ਹੈ ਜੀ। ਇਹੋ ਕਿਹਾ ਜਾਂਦਾ ਸਾਡੀ ਕੋਈ ਗੱਲਬਾਤ ਨਹੀਂ, ਜਿਹਨੂੰ ਗੈਰ ਰਸਮੀ ਬਾਤ ਸ਼ੁਰੂ ਹੁੰਦੀ ਹੈ। ਜਦੋਂ ਵੀ ਗਰਾਊਂਡ ਬਣ ਜਾਂਦੀ ਹੈ ਤੇ ਫਿਰ ਰਸਮੀ ਸ਼ੁਰੂ ਹੁੰਦੀ ਹੈ। ਸਰਕਾਰ ਨੇ ਬੜੀ ਚਲਾਕੀ ਕੀਤੀ ਕਿ ਰਸਮੀ ਗੱਲ ਬਗੈਰ ਰਸਮੀ ਗੱਲ ਸ਼ੁਰੂ ਕੀਤੀ ਨਹੀਂ। ਜਿਵੇਂ ਕਿ ਉਹਨਾਂ ਦਾ ਕੰਮ ਸੀ ਵੀ ਅਸੀਂ ਕਿਸਾਨਾਂ ਨੂੰ ਜਲੀਲ ਕਰਾਂਗੇ, ਅਸੀਂ ਜੋ ਕਵਾਂਗੇ ਮੰਨ ਜਾਣਗੇ। ਲੇਕਿਨ ਉਹਨਾਂ ਨੂੰ ਇਹਦੇ ਨਾਲ ਜਿਹੜਾ ਕੁਝ ਵੀ ਹਾਸਲ ਨਹੀਂ ਹੋਇਆ ਤੇ ਉਹਨਾਂ ਨੂੰ ਹਰ ਗੱਲ ਦੇ ਉੱਤੇ ਕਿਸਾਨਾਂ ਨੇ ਪਛਾੜਿਆ ਜੀ, ਕਿਉਂਕਿ ਉਹ ਸਮਝਦੇ ਸੀ ਵੀ ਕਿਸਾਨ ਸਾਰੇ 10 ਪੜ੍ਹੇ ਬਣੇ ਆ ਤੇ ਬਾਕੀ ਪੜ੍ਹੇ ਤੁਰੇ ਫਿਰਦੇ, ਕੋਈ ਨਾ ਸਮਝੀ ਕਹਿਣਾ। ਉਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨ ਸਿੰਘ ਵਰਗੇ, ਦਰਸ਼ਨਪਾਲ ਵਰਗੇ, ਫਿਰ ਤੁਹਾਡੇ ਆਪਣੇ ਪ੍ਰੇਮ ਸਿੰਘ ਭੰਗੂ ਵਰਗੇ, ਰਜਿੰਦਰ ਸਿੰਘ ਜੀ ਦਾ ਵਕੀਲ ਹੈਗਾ ਆ ਜੀ। ਇਸ ਕਰਕੇ ਜਿਹੜੇ ਉਹੋ ਜਿਹੇ ਆਗੂ ਸੀਗੇ, ਆਪਣੇ ਜਗਜੀਤ ਸਿੰਘ ਡੱਲੇਵਾਲ ਵਰਗੇ ਜਿਹੜੇ ਆਗੂ ਸੀ, ਜਿਹੜੇ ਬੰਦੇ ਜਾਣਦੇ ਸੀ ਦੇ ਬਾਰੇ, ਉਹ ਆਗੂ ਕੇ ਬੈਠੇ ਸੀ ਜੀ। ਉਹਨਾਂ ਨੇ ਉਹਨਾਂ ਦੇ ਇੱਕ ਦੇ ਸਵਾਲ ਦਾ ਜਵਾਬ ਜਿਹੜਾ ਸੀ 3 ਜਵਾਬ ਦਿੱਤੇ ਵੀ ਇਹ ਕਾਨੂੰਨ ਕਾਹਦੇ ਕਰਕੇ ਜਿਹੜੇ ਇਹ ਗੱਲ
ਕਿਸਾਨ ਵਿਰੋਧੀ ਜੀ, ਔਰ ਉਹ ਮੰਨੇ ਇਸ ਗੱਲ ਨੂੰ। ਹੁਣ ਉਹ ਵਾਰਤਾ ਜਿਹੜੀ ਹੈ ਉਹ 22 ਜਨਵਰੀ ਨੂੰ ਬੰਦ ਹੋ ਚੁੱਕੀ। ਕਹਿ ਦਿੱਤਾ ਤੋਮਰ ਜਿਹੜੇ ਐਗਰੀਕਲਚਰ ਮਿਨਿਸਟਰ ਹੈ, ਭਾਈ ਆਪਾਂ ਨਾ ਹੁਣ ਵਿਗਿਆਨ ਪਦ ਆਪਾਂ ਨਹੀਂ ਮਿਲਾਂਗੇ। ਇਹਦਾ ਮਤਲਬ ਹੈ ਅੱਜ ਤੋਂ ਸਟਾਪ ਆ। ਉਸ ਦਿਨ ਤੋਂ ਉਹਨਾਂ ਚਰਚਾਵਾਂ ਕੰਮ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਜਿਹੜਾ ਇਹਨਾਂ ਦਾ ਜਿਹੜਾ ਸੈਬੋਟੇਜ ਕਿਵੇਂ ਕਰਨਾ, ਤੇ ਸੈਬੋਟੇਜ ਲਗਭਗ ਕਰ ਲਿਆ ਸੀ ਉਹਨਾਂ ਨੇ। ਕਿੱਲਾ ਬਾਰਡਰ ਉਠਾਤਾ, ਪਦਲ ਬਾਰਡਰ ਉਠਾਤਾ, ਫਿਰ ਜਿਹੜਾ ਸੀ ਚਕੈਤ ਵਾਲਾ ਠੋਣ ਦੀ ਤਿਆਰੀ ਸੀ ਉਹ ਤੇ ਚਲੋ ਅਖੀਰ ਦੇ ਉੱਤੇ 2 ਹੰਝੂ ਵਗੇ ਤੇ ਹੰਝੂਆਂ ਨੇ ਇੱਕ ਜਿਹੜਾ ਸੀ ਸਮੁੰਦਰ ਬਣਾਤਾ। ਸਮੁੰਦਰ ਵਾਕਈ ਅੱਜ ਜਿਹੜਾ ਜੀ ਕਿੰਨੀ ਤਕੜੀ ਉਹ ਮੁਹਿੰਮ ਬਣ ਚੁੱਕੀ ਹੈ। ਹੁਣ ਸਰਕਾਰ ਸੋਚ ਰਹੀ ਵੀ ਗਾਂ ਅਸੀਂ ਕੀ ਕਰਨਾ। ਸਰਕਾਰਾਂ ਕਰਦੀਆਂ ਹੁੰਦੀਆਂ ਜਦੋਂ ਮੁਹਿੰਮ ਪੀਕ ਤੇ ਹੋਏਗੀ ਉਦੋਂ ਫਿਰ ਕੋਈ ਨਾ ਕੋਈ ਚਾਲ ਚੱਲਣਗੀ। ਉਹਦੇ ਤੋਂ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਸੁਚੇਤ ਰਹਿਣਾ ਪਊ ਜੀ। ਲੇਕਿਨ ਹੁਣ ਚਰਚਾਵਾਂ ਚੱਲ ਰਹੀਆਂ ਨੇ ਵੀ ਹੁਣ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਕੁਛ ਨਾ ਗੈਰ ਰਸਮੀ ਗੱਲਬਾਤ ਸ਼ੁਰੂ ਕੀਤੀ ਜੀ। ਜੇ ਗੈਰ ਰਸਮੀ ਗੱਲਬਾਤ ਸ਼ੁਰੂ ਕੀਤੀ ਬਿਲਕੁਲ ਕਰਨੀ ਚਾਹੀਦੀ ਹੈ। ਜੇ ਸਿੱਧੀ ਰਸਮੀ ਕਰ ਦਿਓਗੇ ਫਿਰ ਤੁਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦੇ। ਗੈਰ ਰਸਮੀ ਦੇ ਵਿੱਚ ਹੁੰਦਾ ਵੀ ਕਿਸੇ ਨੂੰ ਪਤਾ ਨਹੀਂ, ਗੁਪਤ ਤੌਰ ਤੇ ਗੱਲਬਾਤ ਹੁੰਦੀ ਨਹੀਂ, ਕੋਈ ਫੋਨ ਤੇ ਹੋਗੀ, ਕਿਸੇ ਤੁਹਾਡੇ ਜਿਹੜੇ ਹੁੰਦੇ ਆਪਣੇ ਨਸਲੇ ਦੇ ਵਿਚੋਲੇ ਉਹਨਾਂ ਰਾਹੀਂ ਸ਼ੁਰੂ ਹੋ ਗਈ ਵੀ ਆਹ ਇੱਦਾਂ ਨਹੀਂ ਕਰ ਲਈ, ਇੱਦਾਂ ਨਹੀਂ ਕਰ ਲਈ, ਆਹ ਕਰ ਲਈਏ। ਉਹਦੇ ਵਿੱਚ ਇਹ ਆ ਵੀ ਸਰਕਾਰ ਹੁਣ 1.5 ਤੋਂ 3 ਸਾਲ ਤੱਕ ਪੁੱਜ ਗਈ ਹੈ ਜੀ ਕਿ 3 ਸਾਲ ਤੱਕ ਜਿਹੜੀ ਅਸੀਂ ਜਿਹੜੀ ਆ ਇਹਨਾਂ ਨੂੰ ਜਿਹੜੇ ਇਹਨਾਂ ਤੇ ਬੈਨ ਕਰ ਦਿੰਦੇ ਆ, ਫ੍ਰੀਜ਼ ਕਰ ਦਿੰਦੇ ਆ। ਇੱਕ ਕਮੇਟੀ ਬਣਾ ਦਿੰਦੇ ਆ ਜਿੱਥੇ 4-5 ਜਿਹੜੇ ਕਿਸਾਨ ਨੂੰ ਲੈ ਜਾਣਗੇ, ਜਿਹੜੇ 4 ਬੰਦੇ ਸਾਡੇ ਅਫਸਰ ਹੋਣਗੇ ਤੇ ਇੱਕ ਹਾਈ ਕੋਰਟ ਸੁਪਰੀਮ ਕੋਰਟ ਦਾ ਜੀ ਸਾਬਕਾ ਜਾਂ ਮੌਜੂਦਾ ਜੱਜ ਉਹਦਾ ਜਿਹੜਾ ਕਿਵੇਂ ਬਣਾਇਆ ਜਾਊਗਾ ਜੀ। ਉਹ ਆਪਣੀ ਥੋਰੋਲੀ ਜਿਹੜੀ ਸੀ ਰਿਪੋਰਟ ਜਿਹੜੀ ਆ ਉਹ 3 ਸਾਲਾਂ ਜਿਹੜੀ ਹੈ ਪੂਰੀ ਕਰਕੇ ਕੰਪਲੀਟ ਕਰਕੇ ਤੇ ਦੇਵੇਗੀ। ਜੋ ਵੀ ਰਿਪੋਰਟ ਆਈ ਉਹਦੇ ਤੇ ਹਫ਼ਤੇ ਕਾਰਵਾਈ ਕੀਤੀ ਜਾਏਗੀ ਜੀ। ਇਹ ਗੱਲਬਾਤ ਇੱਥੋਂ ਚਰਚਾਵਾਂ ਨੇ, ਮੈਂ ਨਹੀਂ ਕਹਿੰਦਾ ਚੱਲ ਰਹੀ ਹੈ ਕਿਉਂਕਿ ਜਥੇਬੰਦੀਆਂ ਕਦੀ ਵੀ ਨਹੀਂ ਮੰਨਣਗੀਆਂ ਸਾਡੀ ਚੱਲ ਰਹੀ ਗੱਲਬਾਤ ਨਾ। ਹਾਂਜੀ, ਲੇਕਿਨ ਇਹ ਰਸਮੀ ਗੱਲ, ਇਹ ਗੈਰ ਰਸਮੀ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਜੀ। ਜੇ ਮੈਂ ਤਾਂ ਹੋ ਰਹੀਆਂ ਤੇ ਚੰਗੀ ਗੱਲ ਹੈ ਕਿਉਂਕਿ ਇਸ ਵੇਲੇ ਜਿਸ ਸਿਚੁਏਸ਼ਨ ਤੇ ਪਹੁੰਚ ਚੁੱਕੀ ਆ, ਜੋ ਮੂਵਮੈਂਟ ਪਹੁੰਚ ਚੁੱਕੀ ਆ, ਸਰਕਾਰ ਨੇ ਹਰ ਹੀਲਾ ਹਰ ਪ੍ਰਕਾਰ ਦੇ ਹੱਥ ਕੰਡੇ ਵਰਤਨੇ ਆ ਕਿ ਇਹਨਾਂ ਨੂੰ ਫੇਲ ਕਿਵੇਂ ਕਰਨਾ। ਦੇਖੋ ਸਾਡੀ ਜਿਹੜੀ ਸਿਚੁਏਸ਼ਨ ਹੈ ਨਾ ਜੀ ਬੜੀ ਟੇਢੀ ਬਣੀ ਪਈ ਹੈ ਇਸ ਵੇਲੇ ਜੀ। ਇਸ ਕਰਕੇ ਕੱਲ ਦੀ ਜਿਹੜੀਆਂ ਮਹਾਂ ਪੰਚਾਇਤਾਂ ਹੋ ਰਹੀਆਂ, ਅੱਜ ਵੀ ਮਹਾਂ ਪੰਚਾਇਤ ਹੋਈ ਆ, ਕੱਲ ਜਿਹੜੀ ਜਗਰਾਉਂ ਚ ਮਹਾਂ ਪੰਚਾਇਤ ਹੋਈ ਹੈ, ਉਹਦੀ ਗਿਣਤੀ ਬਾਰੇ ਮੈਂ ਕੁਛ ਨਹੀਂ ਕਹਿੰਦਾ ਕਿੰਨੀ ਜੀ, ਕਿਉਂਕਿ ਸਟੇਜ ਤੋਂ ਇੱਕ ਬੁਲਾਰੇ ਨੇ ਕਿਹਾ ਸੀ ਵੀ 1 ਏਕੜ ਦੇ ਵਿੱਚ 12,000 ਬੰਦਾ ਬੈਠਦਾ। ਤੁਸੀਂ ਇਹ ਸਮਝ ਲਓ ਕਿੰਨੇ ਏਕੜ ਹੈਗੀ ਇਲਾਕੇ ਨਜ਼ਰ ਤੁਸੀਂ ਆਪ ਲਾ ਲਓ ਜੀ। ਉਹ ਬੰਦਾ 40,000 ਸੀ, 50,000 ਸੀ, 20,000 ਦੇ ਬਾਰੇ ਨਹੀਂ ਜਾਂਦੇ, ਲੇਕਿਨ ਲੋਕਾਂ ਦੇ ਉਤਸ਼ਾਹ ਦੀ ਗੱਲ ਸੀ ਜੀ। ਉਸ ਇਲਾਕੇ ਦੇ ਲੋਕ ਲਾਲਾ ਲਾਜਪਤ ਇਲਾਕੇ ਦੇ ਲੋਕ ਜਿਹੜੇ ਸੀ ਉੱਥੇ ਆਏ। ਰੋਸ਼ਨੀਆਂ ਦਾ ਸ਼ਹਿਰ ਕਹਿੰਦੇ ਜਗਰਾਉਂ ਨੂੰ, ਉੱਥੇ ਲੋਕ ਆਏ, ਵੱਡੇ ਕਹਿੰਦੇ ਝੰਡੇ ਫੜ ਕੇ, ਕਿਸੇ ਨੇ ਝੰਡੇ ਫੜ ਕੇ ਆਏ, ਤਿਰੰਗੇ ਫੜ ਕੇ ਆਏ ਜੀ। ਤੁਸੀਂ ਵੇਖੋ ਜੀ ਰਾਸ਼ਟਰਵਾਦੀ ਹੈ ਜੋ ਉੱਥੇ ਲੀਡਰਾਂ ਨੇ ਕਿਹਾ। ਮੈਂ ਚਾਹੁੰਦਾ ਵੀ ਸਾਰਿਆਂ ਨੂੰ ਸੁਣਨਾ ਚਾਹੀਦਾ ਉਹਨਾਂ ਨੂੰ। ਲੀਡਰ ਨੇ ਜੋ ਵਿਚਾਰ ਪ੍ਰਗਟ ਕੀਤੇ, ਮਨਦੀਪ ਸਿੰਘ ਧਨੇਰ ਨੇ ਬੜੇ ਸੋਹਣੇ ਵਿਚਾਰ ਪ੍ਰਗਟ ਕੀਤੇ ਆ, ਬਰਨ ਜਵਲ ਸਿੰਘ ਕੀਤੇ ਆ, ਉਗਰਾਹਾਂ ਸਾਹਿਬ ਨੇ ਬਹੁਤ ਸੋਹਣੇ ਵਿਚਾਰ ਪ੍ਰਗਟ ਕੀਤੇ। ਕਿਹੜੇ ਜਿਹੜੇ ਆਗੂ ਸੀ ਵਿਚਾਰ ਜਿਹੜੇ ਚੰਗੇ ਦੀ ਪੇਸ਼ ਕੀਤੇ ਜੀ। ਇਸ ਕਰਕੇ ਉਹ ਵਿਚਾਰ ਸੁਣਨੇ ਚਾਹੀਦੇ। ਇਸ ਕਰਕੇ ਲੱਗਦਾ ਵੀ ਇਹ ਕਿਤੇ ਨਾ ਕਿ ਜਿਹੜੀ ਗੈਰ ਰਸਮੀ ਗੱਲਬਾਤ ਸਰਕਾਰ ਦੇ ਵਿੱਚ ਵਿਚੋਲਿਆਂ ਨੇ ਸ਼ੁਰੂ ਹੋਈ ਹੈ ਤੇ ਹੋਣੀ ਚਾਹੀਦੀ ਹੈ, ਕਿਉਂਕਿ ਅਜੇ ਤੇ ਕਿਸਾਨ ਅੜੇ ਪਏ ਨੇ ਵੀ ਭਾਈ ਸਾਨੂੰ ਜਿਹੜੀ ਇੱਕੋ ਜਿਹੀ ਰਿਪੀਲ ਕਰ ਦਿਓ। ਉਹ ਹੁਣ ਕਹਿੰਦੇ ਸਾਨੂੰ ਰਿਪੀਲ ਦਾ ਕੋਈ ਦੂਸਰਾ ਸ਼ਬਦ ਦੇ ਦਿਓ, ਰਿਪੀਲ ਲੱਭ, ਰਿਪੀਲ ਕੋਈ ਹੋਰ ਲੱਭ ਲਓ ਢੰਗ ਤਰੀਕਾ, ਹੋਰ ਲੱਭ ਲਓ, ਉਹ ਸ਼ਬਦ ਲੱਭਿਆ ਜਾਵੇ, ਸ਼ਬਦ ਕੀ ਲੱਭਿਆ ਜਾਵੇ। ਇਸ ਕਰਕੇ ਚਰਚਾਵਾਂ ਨੇ ਵੀ ਦੋਵਾਂ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ, ਚੰਗੀ ਗੱਲ ਜੀ। ਦੋਵਾਂ ਤਰ੍ਹਾਂ ਦੀ ਰਹਿ ਹੋਣੀ ਚਾਹੀਦੀ। ਸਰਕਾਰ ਆਪਣੀ ਜਗ੍ਹਾ ਠੀਕ ਰਹੇ, ਇਹ ਆਪਣੀ ਜਗ੍ਹਾ ਠੀਕ ਰਹਿਣ। ਇਹਨਾਂ ਦਾ ਮਸਲਾ ਹੱਲ ਹੋ ਜੇ ਵੀ ਜਿਹੜੇ ਕਾਨੂੰਨ ਲਾਗੂ ਨਹੀਂ ਹੋਣਗੇ, 5 ਸਾਲ ਨਹੀਂ ਹੋਣਗੇ, 10 ਸਾਲ ਨਹੀਂ ਹੋਣਗੇ, ਕਿੰਨਾ ਜੋ ਬਣਾ ਦਿਓ ਤੁਸੀਂ ਕੋਈ ਟਾਈਮ ਵੀ ਕਰ ਦਿਓ। ਕਿਉਂ ਜਥੇਦਾਰ ਅਕਾਲ ਤਖਤ ਨੇ ਕੀ ਕਿਹਾ ਸੀ ਜੀ। ਜਥੇਦਾਰ ਅਕਾਲ ਤਖਤ ਹਸਤੀ ਹੈ ਭਾਵੇਂ ਕਿ ਉਹ ਅਸੀਂ ਉਸ ਹਸਤੀ ਦੀ ਗੱਲ ਕਰ ਜਿਹੜੀ ਹੋਣੀ ਚਾਹੀਦੀ ਆ, ਲੇਕਿਨ ਫਿਰ ਵੀ ਸਤਿਕਾਰਯੋਗ ਨੇ, ਹਸਤੀ ਨੇ। ਉਹਨਾਂ ਨੇ ਕਹੀ ਸੀ ਭਾਈ ਕੁਛ ਜਿਹੜੇ ਕਿਸਾਨ ਆ ਉਹ ਆਪਣੀ ਜੇਲ੍ਹ ਛੱਡ ਦੇਣ ਤੇ ਕੁਛ ਆਪਣੇ ਜਿਹੜੇ ਆ ਸਾਡੀ ਸਰਕਾਰ ਉਹ ਜੇਲ੍ਹ ਛੱਡ ਦੇ ਜੀ ਜੀ। ਇਹਦਾ ਹੱਲ ਕੋਈ ਨਾ, ਇਹਦਾ ਹੱਲ ਕੋਈ ਨਾ ਨਿਕਲ ਆਉਣਾ ਚਾਹੀਦਾ। ਕਿ ਜਿੱਦ ਮਾਰੀ ਹੁੰਦੀ, ਜਿੱਦ ਦੇ ਵਿੱਚੋਂ ਕੋਈ ਨਿਕਲਦਾ ਨੀਗਾ, ਉਹਦੇ ਚ ਲੜਾਈ ਨਿਕਲਦੀ ਹੈ ਬਸ ਜੀ। ਤੇ ਲੜਾਈ ਨਾ ਕੱਢੋ ਤੁਸੀਂ, ਇਹਦਾ ਹੱਲ ਕਰੋ ਕੋਈ ਨਾ ਕੋਈ। ਇਹ ਜਿਹਨੇ ਕਿਹਾ ਸੀ ਤੀਰਗੀ ਹੁੰਦੀ, ਤੀਰਗੀ ਕੀ ਆਪਣੀ ਜਿੱਦ ਹੈ, ਜੁਗਨੂ ਕੀ ਆਪਣੀ ਜਿੱਦ ਹੈ, ਠੋਕਰੂ ਕੀ ਆਪਣੀ ਜਿੱਦ ਹੈ, ਹੌਸਲੂ ਕੀ ਆਪਣੀ ਜਿੱਦ ਹੈ। ਬਿਲਕੁਲ ਤੀਰਗੀ ਹੁੰਦੀ ਹੈ ਹਨੇਰਾ,
ਹਨੇਰੇ ਦੀ ਆਪਣੀ ਜੇਬ ਦਾ, ਜੁਗਨੂ ਜਿਹੜੇ ਉਹ ਚਾਨਣ ਦਿੰਦੇ ਆ ਉਹਨਾਂ ਦੀ ਆਪਣੀ ਜੇਬ ਦਾ। ਉਹ ਕਹਿੰਦਾ ਅਸੀਂ ਤਾਂ ਟਿਮਟਿਮਾਉਣਾ ਹੈ ਜੀ, ਠੀਕ ਹੈ ਜੀ। ਇਸ ਕਰਕੇ ਜੇ ਛੱਡੇ ਚਾਹੀਦੀ, ਜੇ ਛੱਡ ਕੇ ਇਹਦਾ ਆਪਣੇ ਹੱਥ ਵਿੱਚ ਕੱਢਿਆ ਜਾਣਾ ਚਾਹੀਦਾ। ਵਿਚਕਾਰਲਾ ਕੱਢ ਲਓ, ਜਿੱਦਾਂ ਮਰਜ਼ੀ ਕੱਢ ਲਓ, ਵਿਚਕਾਰ ਕੱਢ ਕੇ ਤੇ ਅਗਲੇ ਪਾਸੇ ਫਿਰ ਤੁਰੋ ਵੀ ਅਗਲੀ ਕਰ ਕੀ ਕਰਨਾ ਜੀ। ਰਾਜੇਵਾਲ ਸਾਹਿਬ ਨੇ ਕਹਿ ਦਿੱਤਾ ਵੀ ਇਹ ਮੋਰਚਾ ਜਿੱਤ ਕੇ ਮਤ ਸੋਚੋ ਅਸੀਂ ਘਰਾਂ 'ਚ ਬਹਿ ਜਾਵਾਂਗੇ। ਬੜੇ ਕੰਮ ਕਰਨ ਵਾਲੇ ਸਾਡੇ ਹੈਗੇ, ਬੜੇ ਪਏ ਨੇ, ਬਹੁਤ ਪਏ ਨੇ ਹਜੇ। ਹੁਣ ਸ਼ੁਰੂ ਕੀਤੇ ਆਪਾਂ ਸਾਰੇ ਕਰਕੇ ਛੱਡਣੇ। ਕਿਉਂਕਿ ਜਦੋਂ ਕਹਿੰਦੇ ਹੁੰਦੇ ਨੇ ਇੱਕ ਵਾਰੀ ਸਿੰਘਾਂ ਨੂੰ ਹੱਥ ਪੈ ਜੇ ਫਿਰ ਸਿਰੇ ਲਾ ਹੀ ਲੈਣੀ ਚਾਹੀਦੀ ਹੈ ਗੱਲ। ਬਿਲਕੁਲ ਜੀ, ਬਿਲਕੁਲ 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 ਬਿਲਕੁਲ। ਤੇ ਤੁਹਾਡੇ ਸਿੱਧੂ ਸਾਹਿਬ ਕਹਿੰਦੇ ਹੌਲੀ ਹੌਲੀ ਕਹਿੰਦੇ ਦਿੱਲੀ ਪਹੁੰਚ ਕੇ ਤੇ ਸੋਨੀਆ ਗਾਂਧੀ ਨੂੰ ਮਿਲਣ ਆਏ ਆ, ਤੇ ਕਹਿੰਦੇ ਫੇਰ ਕਹਿੰਦੇ ਲੋਕਾਂ ਦੇ ਢਿੱਡ 'ਚ ਘਰੋਲੇ ਪੈਣ ਲੱਗ ਪਏ ਨੇ। ਬਿਲਕੁਲ ਜੀ, ਵੇਖੋ ਉਹਦੇ ਵਿੱਚ ਹਰੀਸ਼ ਰਾਵਤ ਸੀ, ਵੇਨੂਗੋਪਾਲ ਜਿਹੜੇ ਦਾ ਸਕੱਤਰ, ਜਨਰਲ ਸਕੱਤਰ ਨੇ, ਉਹ ਜਥੇਬੰਦੀ ਜਨਰਲ ਸਕੱਤਰ ਉਹ ਸੀਗੇ, ਸੋਨੀਆ ਸੀ, ਸਿੱਧੂ ਸਾਹਿਬ ਸੀਗੇ। ਇਹਦੇ ਵਿੱਚ ਭਾਵੇਂ ਅਜੇ ਤੱਕ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਜੀ, ਲੇਕਿਨ ਇਹ ਸੋਚਿਆ ਜਾ ਰਿਹਾ ਵੀ ਹਾਈ ਕਮਾਂਡ ਚਾਹੁੰਦੀ ਆ ਵੀ ਕੋਈ ਵੱਡੀ ਜ਼ਿੰਮੇਵਾਰੀ ਜਿਹੜੀ ਆ ਸਿੱਧੂ ਸਾਹਿਬ ਨੂੰ ਦਿੱਤੀ ਜਾਵੇ ਜੀ। ਵੱਡੀ ਜ਼ਿੰਮੇਵਾਰੀ ਫਿਰ ਇੱਕੋ ਹੀ ਵੀ ਤੁਸੀਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਾ ਦਿਓ। ਲੇਕਿਨ ਕੈਪਟਨ ਸਾਹਿਬ ਨੂੰ ਬਰਦਾਸ਼ਤ ਨਹੀਂ ਕਰਨਗੇ, ਉਹ ਮੰਤਰੀ ਬਣਾ ਦੇਣਗੇ, ਜਿਹੜਾ ਕਹੂਗਾ ਬਣਾ ਦੇਣਗੇ, ਲੇਕਿਨ ਉਹਨੂੰ ਬਰਦਾਸ਼ਤ ਨਹੀਂ ਕਰਨਗੇ। ਉੱਥੇ ਬਰਾਬਰ ਦਾ ਹਿੱਸੇਦਾਰ ਬਣ ਜਾਏਗਾ। ਬਿਲਕੁਲ ਜੀ, ਬਿਲਕੁਲ ਉੱਤੇ ਹੋ ਜਾਏਗਾ ਮੁੱਖ ਮੰਤਰੀ ਤੋਂ, ਪਾਰਟੀ ਦੀ ਸਰਕਾਰ ਹੋਏਗਾ। ਬਿਲਕੁਲ ਬਿਲਕੁਲ ਬਿਲਕੁਲ। ਲੇਕਿਨ ਇਹ ਜਿਹੜੀ ਮੀਟਿੰਗ ਜਿਹੜੀ ਹੋਈ ਆ, ਇਹਨੂੰ ਲੈ ਕੇ ਕੈਪਟਨ ਤੜਾ ਕਾਫੀ ਚਿੰਤਤ ਆ। ਉਹ ਸੋਚ ਰਹੇ ਨੇ ਵੀ ਇਹ ਮੀਟਿੰਗ ਦੇ ਕੀ ਰੱਖਿਆ ਜਾ ਸਕਦਾ। ਲੇਕਿਨ ਅਜੇ ਤੱਕ ਗੱਲ ਕੋਈ ਬਾਹਰ ਆਈ ਨਹੀਂ। ਕਿਉਂ ਉੱਥੇ ਜਿਹੜੇ ਜਥੇਬੰਦੀ ਜਨਰਲ ਸਕੱਤਰ ਜਿਹੜੇ ਵੇਨੂਗੋਪਾਲ ਦਾ ਤੇ ਹਰੀਸ਼ ਰਾਵਤ ਦਾ ਨਾਲ ਹੋਣਾ ਇੱਕ ਬੜੀ ਵੱਡੀ ਗੱਲ। ਹਾਲਾਂਕਿ ਹਰੀਸ਼ ਰਾਵਤ ਦੇ ਚੰਗੇ ਸੰਬੰਧ ਕੈਪਟਨ ਸਾਹਿਬ ਨੇ, ਇਹਦੀ ਗੱਲ ਨਹੀਂ, ਅੱਛੇ ਸੰਬੰਧ ਉਹਨਾਂ ਦੇ ਹੈਗੇ। ਪੋਸੀਬਿਲਿਟੀ ਉਹਨਾਂ ਨੂੰ ਮਾੜਾ ਕੁਝ ਦੱਸਿਆ ਹੋਵੇ ਜਾਂ ਪੁੱਛਿਆ ਹੋਵੇ, ਲੇਕਿਨ ਇਹ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੀ ਆ ਉਹ ਕਿਸੇ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਦੀ ਗੱਲਬਾਤ ਹੋਏਗੀ। ਉਹਦੋਂ ਬਾਅਦ ਜਿਹੜੀ ਆ ਕਿਹੜੀ ਜ਼ਿੰਮੇਵਾਰੀ ਸੌਂਪਣੀ ਹੈ, ਇਹਨਾਂ ਨੂੰ ਮੰਤਰੀ ਬਣਾਉਣਾ ਵਾ, ਇਹਦੀ ਪ੍ਰਦੇਸ਼ ਕਾਂਗਰਸ ਦੀ ਜ਼ਿੰਮੇਵਾਰੀ ਸੌਂਪਣੀ ਹੈ ਕਿ ਨੈਸ਼ਨਲ ਸੌਂਪਣੀ, ਕੋਈ ਨਾ ਕੋਈ ਵੱਡੀ ਜ਼ਿੰਮੇਵਾਰੀ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ। ਜੀ ਧੰਨਵਾਦ ਸਾਹਿਬ ਜੀ। ਹਿਲਜੁਲ ਜਿਹੜੀ ਆ ਹਰ ਕਿਸੇ ਚੀਜ਼ ਦੀ ਹੋਣੀ ਚਾਹੀਦੀ ਹੈ। ਹਿਲਜੁਲ ਕੀਤੇ ਬਿਨਾਂ ਤਾਂ ਡਰਾਇੰਗ ਰੂਮ ਦੇ ਵਿੱਚ ਵੀ ਸੋਫੇ ਪਏ ਰਹਿਣ ਤਾਂ ਉਹਦੇ ਥੱਲੇ ਵੀ ਕੀ ਬਹੁਤ ਕੁਝ ਪੈਦਾ ਹੋ ਜਾਂਦਾ ਹੈ। ਬਿਲਕੁਲ 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 ਜੀ ਬਿਲਕੁਲ। ਤੇ ਹੁਣ ਆਪਾਂ ਗੱਲ ਕਰੀਏ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਮੁਅੱਤਲ ਕੀਤੇ ਗਏ ਕੁਝ ਆਗੂ ਨੇ ਜਿਹੜੇ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ। ਕਿਹੜੇ ਕਿਹੜੇ ਆਗੂ ਨੇ? ਉਹ ਜਿਹੜੇ ਸਾਡੇ ਦੋ ਆਗੂ ਸੀਗੇ ਜੀ। ਇੱਕ ਇਹ ਸੀ ਸਾਡੇ ਆਪਣੇ ਨਖ ਲੈਂਦੇ ਆ ਹਰਪਾਲ ਸਿੰਘ ਸੰਘਾ, ਇੱਕ ਸਰਜੀਤ ਸਿੰਘ ਫੂਲ ਜੀ। ਹਰਪਾਲ ਸਿੰਘ ਸੰਘਾ ਨੇ ਇੰਨੀ ਗੱਲ ਕਹੀ ਕਿ ਦੇਖੋ ਜੋ ਸਾਡੀ ਹਾਈ ਕਮਾਂਡ ਕਰੇਗੀ ਬਿਲਕੁਲ ਕਰੇਗੀ, ਮੈਂ ਤੇ ਕੋਈ ਟਿੱਪਣੀ ਨਹੀਂ ਕਰਦੀ ਜੀ। ਤੇ ਫੂਲ ਸਾਹਿਬ ਨੇ ਕਈ ਪ੍ਰਕਾਰ ਦੀਆਂ ਟਿੱਪਣੀਆਂ ਕਰਤੀਆਂ ਉਹਦੇ ਤੇ। ਟਿੱਪਣੀਆਂ ਕਰਨ ਤੋਂ ਬਾਅਦ ਹੁਣ ਸੰਘਾ ਸਾਹਿਬ ਦੀ ਜਿਹੜੀ ਉਹ ਬਹਾਲੀ ਹੋ ਗਈ ਹੈ ਤੇ ਫੂਲ ਸਾਹਿਬ ਦੀ ਬਹਾਲੀ ਜਿਹੜੀ ਮੇਰੇ ਖਿਆਲ ਉਹਨਾਂ ਦੀ ਬਹਾਲੀ ਨਹੀਂ ਜੋ ਕੋਈ ਜੀ। ਉਹਨਾਂ ਨੇ ਵੀ ਸੋਚੀ ਜਾ ਕਿ ਬਹਾਲੀ ਤੇ ਕਰਨੀ ਕਿੱਡੀ ਕੁ ਵੱਡੀ ਗੱਲ ਹੈਗੀ। ਅਗਲੇ ਨੂੰ ਕਹਿਣਾ ਭਾਈ ਆ ਗਲਤੀ ਤੇ ਕੋਈ ਦੁਬਾਰਾ ਗਲਤੀ ਨਾ ਕਰੇ। ਕਿਉਂ ਉਹ ਕਹਿੰਦੇ ਸੀ ਫੂਲ ਸਾਹਿਬ ਦੇ ਤੋਂ ਤੁਸੀਂ ਸਾਡੇ ਦੋ ਬੰਦੇ ਤੇ ਇਲਜ਼ਾਮ ਰਹਿ ਰਹੇ ਹੋ, ਤੁਸੀਂ ਜਿਹੜੇ ਅੰਦਰ ਗਏ ਹੋ ਸ਼ਾਇਦ ਦਿੱਲੀ ਦੇ ਵਿੱਚ ਜੀ। ਕਹਿੰਦੇ ਅਸੀਂ ਦੋ ਨਹੀਂ ਗਏ, 6 ਬੰਦੇ ਗਏ, ਬਾਕੀ ਵੀ ਆਗੂ ਗਏ, ਉਹਦੇ ਖਿਲਾਫ ਕਾਰਵਾਈ ਕੋਈ ਨਹੀਂ ਕੀਤੀ। ਉਹ ਭਾਵੇਂ ਜਿਹੜੀ ਕਮੇਟੀ ਬਣਾਤੀ ਹੈ, ਜਿਹੜੀ ਕਮੇਟੀ ਨੇ ਫੈਸਲਾ ਲੈ ਲਿਆ, ਜੋ ਜਥੇਬੰਦੀਆਂ ਸਾਰੀਆਂ ਨੇ ਫੈਸਲਾ ਲੈ ਲਿਆ, ਉਹਨੂੰ ਫੈਸਲਾ ਮੰਨ ਲੈਣਾ ਚਾਹੀਦਾ। ਅੱਗੇ ਵੇਖੋ ਲੱਖੋਵਾਲ ਸਿੰਘ ਨੇ ਗਲਤੀ ਕੀਤੀ ਤੇ ਵਾਪਸ ਲੈ ਨਹੀਂ ਸੀ, ਭਾਵੇਂ ਲੋਕਾਂ ਨੂੰ ਨਹੀਂ ਕੰਮ ਹੁੰਦਾ ਜੇ ਵੀ। ਇਸ ਕਰਕੇ ਕੋਈ ਡਿਕਟੇਟਰਸ਼ਿਪ ਨਹੀਂ ਹੈਗੀ। ਜੋ ਇੱਕ ਹੁੰਦਾ ਵੀ ਚਲੋ ਠੀਕ ਹੈ, ਤੁਹਾਨੂੰ ਕਿਹਾ ਚੂਨੀ ਸਾਹਿਬ ਤੋਂ ਹੀ ਮਾਮਲਾ ਉੱਠਿਆ ਸੀ, ਉਹਨਾਂ ਕਿਹਾ ਜੀ ਠੀਕ ਹੈ, ਜੋ ਮੇਰੀ ਜਥੇਬੰਦੀ ਨੇ ਕੀਤਾ ਠੀਕ ਕੀਤਾ, ਅਸੀਂ ਨੂੰ ਸਤਿਕਾਰ ਕਰਦੇ ਹਾਂ। ਉਹਨਾਂ ਦੇ ਉਸ ਵੇਲੇ ਰਿਵੋਕ ਕਰ ਦਿੱਤੀ ਸੀ ਉਹਨਾਂ ਨੇ। ਇਸੇ ਕਰਕੇ ਹਰਪਾਲ ਸਿੰਘ ਸੰਘਾ ਜਿਹੜੇ ਉਹਨਾਂ ਦੀ ਜਿਹੜੀ ਉਹ ਮੁਅੱਤਲੀ ਰੱਦ ਕਰਤੀ, ਕਿ ਉਹਨਾਂ ਕੋਈ ਟਿੱਪਣੀ ਨਹੀਂ ਕੀਤੀ। ਉਹਨੇ ਕਿਹਾ ਜੋ ਜਥੇਬੰਦੀਆਂ ਕਰਨਗੇ ਮੈਨੂੰ ਮਨਜ਼ੂਰ ਹੋਊਗਾ। ਇਹਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ, ਸਾਰਾ ਕੁਝ ਸਿਆਣਪ ਹੈ, ਬਿਲਕੁਲ ਬਿਲਕੁਲ ਸਿਆਣਪ ਹੈ। ਜੇ ਕਿਤੇ ਗਲਤੀ ਹੋਈ ਤੇ ਫਿਰ ਕੀ ਹੋਇਆ? ਚੱਲਦਾ ਹੀ ਰਹਿੰਦਾ, ਬਹੁਤ ਕੁਝ ਹੁੰਦਾ, ਚੱਲਦਾ ਰਹਿੰਦਾ। ਸੜਕਾਂ ਤੇ ਗੱਡੀਆਂ ਚੱਲਣਗੀਆਂ, ਠੁੱਕ ਵੀ ਜਾਂਦੀਆਂ ਨੇ, ਅੱਗੇ ਕੁਝ ਵੀ ਗਲਤੀਆਂ ਗਾਹ ਵੀ ਹੋਣੀਆਂ, ਨਹੀਂ ਹੋਣੀਆਂ ਗਲਤੀਆਂ, ਗਾਹ ਵੀ ਹੋਣੀਆਂ, ਪਰ ਮੰਨ ਲੈਣੀ ਚਾਹੀਦੀ ਹੈ, ਮੰਨ ਲੈਣੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਹਾਂ, ਨਾਲੇ ਤੁਸੀਂ ਕਹਿੰਦੇ ਹੁੰਦੇ ਵੀ ਗੱਲਾਂ ਵੀ ਕਰੀ ਚੱਲੋ, ਕੰਡਿਆਂ ਤੋਂ ਵੀ ਘੜੀਸੋ ਤੇ ਮਾਫੀਆਂ ਵੀ ਨਾ ਮੰਗੋ ਤੇ ਫਿਰ ਤਾਰ ਪੀਡੋ ਵੀ ਕਰੋ, ਫੇਰ ਨਹੀਂ ਗੱਲ ਚੱਲਦੀ। ਉਹ ਕਹਿੰਦੇ ਹੁੰਦੇ ਨਾ, ਜਿਹੜਾ ਗਲਤੀ ਕਰੇ ਤੇ ਮੰਨ ਲਵੇ ਉਹਨੂੰ ਇਨਸਾਨ ਕਹਿੰਦੇ ਆ। ਜਿਹੜਾ ਗਲਤੀ ਕਰੇ ਤੇ ਮੰਨੇ ਨਾ ਉਹਨੂੰ ਹਮਾਨ ਕਹਿੰਦੇ ਆ। ਬਿਲਕੁਲ ਜੀ।
ਜਿਹੜਾ ਗਲਤੀ ਕਰੇ ਤੇ ਉਹ ਆਕੜੇ ਉਹਨੂੰ ਸ਼ੈਤਾਨ ਕਹਿੰਦੇ, ਉਹਨੂੰ ਸ਼ੈਤਾਨ ਕਹਿੰਦੇ। ਬਿਲਕੁਲ ਬਿਲਕੁਲ। ਅੱਛਾ ਇੱਕ ਜੀ ਦੱਸੋ ਵੀ ਹੁਣ ਆਪਾਂ ਕਿਸਾਨ ਸੰਘਰਸ਼ ਦੀ ਅੱਗੇ ਗੱਲ ਚੱਲੀਏ ਤਾਂ ਕਹਿੰਦੇ ਵੀ ਇੱਥੇ ਤਾਂ ਟੈਂਟ ਲੱਗ ਗਏ ਸੀ, ਹੁਣ ਕਹਿੰਦੇ ਵੀ ਲੰਮੀ ਲੜਾਈ ਚੱਲੀ ਤੇ ਗਰਮੀਆਂ 'ਚ ਕਹਿੰਦੇ ਏਸੀ ਤੇ ਪੱਖੇ ਵੀ ਲਾ ਦਿਆਂਗੇ। ਬਿਲਕੁਲ। ਉੱਥੇ ਜਦੋਂ ਗਏ ਨੇ ਪੱਤਰਕਾਰਾਂ ਨੂੰ ਪੁੱਛਿਆ ਵੀ ਭਾਈ ਲੜਾਈ ਲੰਮੀ ਚੱਲਣੀ ਹੈ, ਫਿਰ ਇਹਨੇ ਫਿਰ ਕੀ ਕਹਿੰਦੇ ਗਰਮੀ ਇੱਥੇ ਬੜੀ ਹੁੰਦੀ, ਕੋਈ ਗੱਲ ਨਹੀਂ ਚੱਲਦੀਆਂ, ਆਪਾਂ ਤਾਂ ਗਿੱਜੇ ਹੀ ਹੁੰਦੇ, ਵੈਸੇ ਤਾਂ ਗਿੱਜੇ ਹੀ ਹੁੰਦੇ, ਗਰਮੀਆਂ ਕੀ ਕਹਿੰਦੀਆਂ ਠੰਡ ਤਾਂ ਲੋੜ ਪਊ ਤੇ ਅਸੀਂ ਟੀਵੀ ਵੀ ਲਾ ਦੇਂਗੇ, ਅਸੀਂ ਏਸੀ ਵੀ ਲਾ ਦੇਂਗੇ, ਸਾਨੂੰ ਕੋਈ ਚਿੰਤਾ ਵਾਲੀ ਕੋਈ ਦੀ ਗੱਲ ਨਹੀਂ ਹੈਗੀ। ਇਸੇ ਗੱਲ ਨੂੰ ਤੇ ਸਰਕਾਰ ਹੁੰਦੀ ਹੈ ਵੀ ਇਹ ਆ ਕੇ ਇੱਥੇ ਅਸਾਈ ਪਿੰਡ ਵਸਾ ਕੇ ਸਾਰੀਆਂ ਸਹੂਲਤਾਂ ਵੀ ਜਾਂਦੇ ਆ, ਆਈਪੀ ਵੀ ਜਾਂਦੇ ਆ। ਕਿਉਂਕਿ ਗੱਲ ਤਾਂ ਹੁੰਦਾ ਨਾ ਸੰਘਰਸ਼ਾਂ ਦੇ ਵਿੱਚ ਤਾਂ ਲੰਗਰ ਪਾਣੀ ਨਹੀਂ ਪਹੁੰਚਦਾ, ਧਿਆਏ ਵਿਚਾਰੇ। ਜਿਵੇਂ ਹੁਣ ਗੱਲ ਸੁਣੋ, ਸਿੱਧੀ ਗੱਲ ਹੈ, ਹੁਣ ਜਿਹੜੇ ਵਿਚਾਰੇ ਬੰਬੇ ਗਏ, ਪਹੁੰਚ ਤਾਂ ਗਏ ਵਿਚਾਰੇ, ਡਿੱਗਦੇ ਢਹਿੰਦੇ, ਤਰਸ ਆਉਂਦਾ ਉਹਨਾਂ ਦੇ ਵਿਚਾਰਿਆਂ ਦੇ ਚੱਪਲਾਂ ਦੇਖ ਕੇ, ਬੂਟ ਦੇਖ ਕੇ, ਨੰਗੇ ਪੈਰੀਂ ਦੇਖ ਕੇ, ਉੱਥੇ ਨਹੀਂ ਕੁਝ ਮਿਲਿਆ, ਵਿਚਾਰੇ ਭੁੱਖੇ ਭਾਣੇ ਮੁੜੇ। ਜੀ 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 ਜੀ। ਤੇ ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਵੀ ਦੇਖੋ ਸਾਨੂੰ ਲੋੜ ਪਈ, ਅਸੀਂ ਪੱਖੇ ਵੀ ਲਾਵਾਂਗੇ, ਇੱਥੇ ਏਸੀ ਵੀ ਲਾਵਾਂਗੇ, ਕੂਲਰ ਵੀ ਲਾਵਾਂਗੇ, ਜਿਹੜੀ ਚੀਜ਼ ਦੀ ਲੋੜ ਹੋਊਗੀ ਲਾਵਾਂਗੇ ਅਸੀਂ ਕਿਸੇ ਪ੍ਰਕਾਰ ਦੀ ਆਪਣੀ ਸੰਗਤ ਨੂੰ ਦਿੱਕਤ ਨਹੀਂ ਹੋਣ ਦੇਵਾਂਗੇ। ਨਾਲੇ ਖਾਲਸਾ ਲੰਗਰ ਦਾ ਚੱਲਦਾ ਰਹਿੰਦਾ ਜੀ। ਹੁਣ ਵੇਖੋ ਨਾ ਤੁਸੀਂ ਉੱਤਰਾਖੰਡ ਦੀ ਵੇਖੋ, ਜਿਹੜੇ ਸਾਡੇ ਲੈ ਗਏ ਨੇ ਖਾਲਸਾ ਏਡ ਵਾਲੇ, ਖਾਲਸਾ ਏਡ ਵਾਲੇ ਨੂੰ NIA ਨੂੰ ਨੋਟਿਸ ਦਿੱਤਾ ਜੀ ਕਿ ਆ ਕੇ ਪੇਸ਼ ਹੋ। ਜਦੋਂ ਇੰਟਰਨੈਸ਼ਨਲ ਲੈਵਲ ਤੇ ਰੌਲਾ ਪਿਆ ਤੇ ਮੁੜ ਕੇ ਵਾਪਸ ਲੈ ਲਿਆ। ਠੀਕ ਹੈ। ਹੁਣ ਜਦੋਂ ਉਹ ਜਾਂਦੇ ਈਰਾਨ ਦੇ ਵਿੱਚ ਜਾ ਕੇ ਸੇਵਾ ਕਰਦੇ, ਉੱਥੋਂ ਲੇਡੀਜ਼ ਹੁੰਦੀਆਂ, ਪੜ੍ਹੀਆਂ ਲਿਖੀਆਂ ਲੇਡੀਜ਼ ਹੁੰਦੀਆਂ, ਕਹਿੰਦੀਆਂ ਵੀ ਸਾਨੂੰ ਤੁਸੀਂ ਹੈ ਕੌਣ ਜੀ, ਸਾਨੂੰ ਤੁਸੀਂ ਖਾਣ ਨੂੰ ਦਿੰਦੇ ਹੋ, ਸਾਨੂੰ ਪਹਿਨਣ ਨੂੰ ਦਿੰਦੇ ਹੋ, ਸਾਡੀ ਸੇਵਾ ਕਰਦੇ ਹੋ, ਬਣਾ ਕੇ ਸਭ ਕੁਝ ਦਿੰਦੇ ਹੋ, ਤੁਸੀਂ ਹੈ ਲੋਕ ਕੌਣ ਜੀ, ਕਿੱਥੋਂ ਆਏ ਤੁਸੀਂ? ਨਾ ਬੰਬਾਂ ਤੋਂ ਡਰਦੇ ਹੋ, ਨਾ ਗੋਲੀਆਂ ਤੋਂ ਡਰਦੇ ਹੋ, ਨਾ ਬੰਬਾਂ ਦਾ, ਨਾ ਗੋਲੀ ਡਰਦੇ ਆ। ਉਦੋਂ ਇਹਨਾਂ ਨੇ ਕਿਹਾ ਵੇਖੋ ਸਾਡੇ ਬਾਬੇ ਨਾਨਕ ਤੇ ਜਿਹੜਾ ਨਾ, ਉਹਨਾਂ ਸਾਰੀ ਕਹਾਣੀ ਦੱਸੀ ਸਾਡੇ ਬਾਬੇ ਨਾਨਕ ਨੇ ਕੀ ਕਿਹਾ, ਉਹਦੀ ਵਿਚਾਰਧਾਰਾ ਕਿਹੜੀ ਜੀ। ਤੇ ਉਹਨਾਂ ਬੀਬੀਆਂ ਨੇ ਭਾਵੇਂ ਆਪਣੇ ਮੱਕੇ ਵੱਲ ਨੂੰ ਕਰਕੇ ਸਿੱਧਾ ਕੀਤਾ, ਲੇਕਿਨ ਨਾ ਬਾਬੇ ਨਾਨਕ ਦਾ ਲਿਆ ਜੀ। ਇਸ ਕਰਕੇ ਬਾਬੇ ਨਾਨਕ ਦੀ ਵਿਚਾਰਧਾਰਾ ਹੁਣ ਵੀ ਕਈਆਂ ਨੇ ਗੱਲ ਕੀਤੀ। ਇੱਕ ਮੈਂ ਟੀਵੀ ਤੇ ਗੱਲ ਕਰਦਾ, ਉਹਨੇ ਗੱਲ ਕੀਤੀ, ਵੇਖੋ ਜੀ ਤੁਹਾਨੂੰ ਪਤਾ ਜਿਹੜੇ ਅੱਤਵਾਦੀ ਸੀ, ਵੱਖਵਾਦੀ ਸੀ, ਉੱਤਰਾਖੰਡ ਵਾਲੇ ਪਾਸੇ ਆਪਣੇ ਜਿਹੜੇ ਆ ਬਰੂਦ ਲੈ ਕੇ ਚਲੇ ਗਏ ਨੇ। ਪਹਿਲਾਂ ਮੈਂ ਬੜਾ ਹੈਰਾਨ ਰਹਿ ਗਿਆ, ਮੁੜ ਕੇ ਉਹਨੇ ਕਿਹਾ ਨਹੀਂ ਉਹ ਖਾਲਸਾ ਏਡ ਵਾਲੇ ਆਪਣੀ ਪਤੀਲੇ ਤੇ ਆਪਣਾ ਰਾਸ਼ਨ ਲੈ ਕੇ ਤੁਰ ਗਏ। ਹਾਂ ਭਾਈ, ਬਰੂਦ ਹੀ ਆ ਜਿਹਨਾਂ ਲੋਕਾਂ ਨੂੰ ਜਾ ਕੇ ਉਹਨਾਂ ਨੂੰ ਕੱਪੜੇ ਵੀ ਜਾ ਕੇ ਦਿੱਤੇ ਆ, ਉਹਨਾਂ ਦੀ ਸਹਾਇਤਾ ਵੀ ਕੀਤੀ ਆ, ਉਹਨਾਂ ਨੂੰ ਰਾਸ਼ਨ ਵੀ ਦਿੱਤਾ, ਉਹਨੂੰ ਬਣਾ ਕੇ ਵੀ ਦਿੱਤਾ, ਉਹਨੂੰ ਕੱਚਾ ਵੀ ਦਿੱਤਾ ਵਾ, ਪੱਕਾ ਵੀ ਦਿੱਤਾ ਵਾ। ਠੀਕ ਹੈ ਨਾ। ਉਹਨੇ ਕਿਹਾ ਜੀ ਜਦੋਂ ਰਵੀ ਸਿੰਘ ਕਿੰਨੇ ਪੁੱਛਿਆ, ਕਹਿੰਦਾ ਤੁਸੀਂ ਅੱਤਵਾਦੀ ਹੋ? ਕਹਿੰਦਾ ਹਾਂ ਅੱਤਵਾਦੀ। ਕਹਿੰਦਾ ਕੀ ਕਰੋਗੇ ਫਿਰ? ਤੇ ਆਪਣੀ ਕੜਛੀ ਕਰਕੇ ਕਹਿੰਦਾ ਵੀ ਇਹ ਤਾਂ ਲੰਗਰ ਛਕਾਵਾਂਗੇ ਤੁਹਾਨੂੰ। ਠੀਕ ਹੈ ਜੀ। ਹੁਣ ਗੱਲ ਇਹ ਆ ਵੀ ਸਾਡੀ ਜਿਹੜੀ ਸਾਈਕੀ ਜਿਹੜੀ ਹੈ ਉਹ ਇਸ ਪਾਸੇ ਗਈ ਹੈ ਤੇ ਸਾਨੂੰ ਉਹਦੇ ਜਿਹੜੇ ਅਮਲ ਕਰਨਾ ਚਾਹੀਦਾ ਜੀ। ਪਰ ਗੱਲ ਸੁਣੋ ਨਾ, ਹੁਣ ਤੁਸੀਂ ਤਾਂ ਬੰਬਾਂ ਦੀ ਕੀਤੀ ਹੈ ਤੇ ਉੱਤਰਾਖੰਡ ਦੀ ਵੀ ਗੱਲ ਕੀਤੀ ਹੈ, ਕਹਿੰਦੇ ਹਜੇ ਤਾਂ ਇਹਨਾਂ ਦੀ ਲੋੜ ਹੋਰ ਪੈਣੀ ਹੈ ਸਿੰਘਾਂ ਦੀ, ਕਹਿੰਦੇ ਹੋਰ ਵੀ ਹਾਲਾਤ ਵਿਗੜ ਸਕਦੇ ਨੇ ਉੱਥੇ ਜੀ। ਬਿਲਕੁਲ। ਉੱਥੇ ਡਾਕਟਰ ਜਿਹੜੇ ਸੀ ਨਰੇਸ਼ ਰਾਣਾ ਗਏ, ਇਹ ਗੜਵਾਲ ਯੂਨੀਵਰਸਿਟੀ ਦੇ, ਉਹ 0 ਪੁਆਇੰਟ ਤੇ ਗਏ। ਇੱਕ ਗੰਗਾ ਰਿਸ਼ੀ ਗੰਗਾ ਤੇ ਇੱਕ ਰਾਠੀ ਗਾਟ। ਜਿਹੜੀ ਰਿਸ਼ੀ ਗੰਗਾ ਤੇ ਰਾਠੀ ਗਾਟ ਦੋ ਨਦੀਆਂ ਇਕੱਠੀਆਂ ਹੁੰਦੀਆਂ ਨੇ, ਜਿੱਥੇ ਸੰਗਮ ਬਣਦਾ ਵਾ, ਉੱਥੇ ਆ ਕੇ ਜਿਹੜੀ ਤੂੰ ਗਾਰ ਆਈ ਨਾ, ਉਹ ਵੱਡੀ ਇਕੱਠੀ ਹੋ ਗਈ, ਬਹੁਤ ਜ਼ਿਆਦਾ ਇਕੱਠੀ ਹੋ ਗਈ। ਉਹ ਗਾਰ ਇਕੱਠੀ ਹੋਣ ਦੇ ਉੱਤੇ ਪਿੱਛੇ ਜਿਹੜੀ ਡਾਫ ਲੱਗ ਗਈ, ਬੜੀ ਵੱਡੀ ਝੀਲ ਬਣ ਗਈ। ਉਹ ਪਾਣੀ ਜਿਹੜਾ ਖੁਰ ਕੇ ਹੁਣ ਤਾਂ ਸ਼ੁਰੂ ਹੋ ਗਿਆ ਹੋਣਾ, ਪਹਿਲਾਂ ਬੰਦ ਹੋ ਗਿਆ ਸੀ। ਉਦੋਂ ਸਾਡੀਆਂ ਜਿਹੜੀਆਂ ਰਾਹਤ ਕਰਮਚਾਰੀ ਸੀ, ਮਹਿਸੂਸ ਕੀਤਾ ਸੀ ਵੀ ਚਲੋ ਪਾਣੀ ਬੰਦ ਹੋ ਗਿਆ, ਸਾਨੂੰ ਰਾਹਤ ਜਿਹੜੀ ਸੌਖੀ ਹੋ ਗਈ ਜੀ। ਮੁੱਕੇ ਪਾਣੀ ਫਿਰ ਤੇਜ਼ ਹੋ ਗਿਆ, ਫਿਰ ਰਾਹਤ ਬੰਦ ਕਰ ਦਿੱਤੀ। ਉਹ ਬੰਦ ਕਰਨ ਤੋਂ ਬਾਅਦ ਹੁਣ ਉਹਨਾਂ ਨੇ ਅੱਗੇ ਗਰਾਊਂਡ ਲੈਵਲ ਤੇ ਜਾ ਕੇ ਉਹ ਕਹਿੰਦੇ ਕਿ 70 ਫੁੱਟ ਚੌੜੀ ਤੇ 200 ਫੁੱਟ ਲੰਮੀ ਹੈ ਜੀ। ਇੰਨੀ ਵੱਡੀ ਝੀਲ ਜੇ ਇੱਕਦਮ ਉੱਥੋਂ ਪਾਣੀ ਛੱਡਿਆ ਤੇ ਹਰਿਦੁਆਰ ਤੱਕ ਅਲਰਟ ਕਰਨਾ ਪੈਣਾ ਤਾਂ ਹਰਿਦੁਆਰ ਤੱਕ ਵੀ ਇਹ ਨੁਕਸਾਨ ਪਹੁੰਚਾ ਸਕਦੀ ਹੈ ਜੀ। ਹੁਣ ਰਾਠੀ ਗੰਗਾ ਜਿਹੜੀ ਇੱਕ ਰਿਸ਼ੀ ਗੰਗਾ ਤੇ ਰਾਠੀ ਗਾਟ। ਅੱਛਾ ਜੀ। ਰਾਠੀ ਗਾਟ ਜਿਹੜੀ ਸਾਹਮਣੇ ਤੋਂ ਵਿਖਾਈ, ਉਹਨਾਂ ਨੇ ਫੋਟੋ ਵਿਖਾਈ, ਉਹ ਇੰਝ ਲੱਗਦਾ ਸੀ ਜਿਹੜੀ ਆਪਾਂ ਗੱਲ ਜੀ ਨਿਊਕਲੀਅਰ ਦੇ ਡਿਵਾਈਸ ਦੀ, ਸ਼ਾਇਦ ਉਹ ਨਿਊਕਲੀਅਰ ਡਿਵਾਈਸ ਨਾਲ ਲੱਭਣ ਗਏ ਸੀ ਉਸ ਟਾਈਮ ਦੇ, ਤੋਂ ਬੜੀ ਕੋਸ਼ਿਸ਼ ਨਹੀਂ ਲੱਭਾ ਜੀ। ਇਹਨਾਂ ਸੋਚਿਆ ਉਹ 'ਚ ਗਰਮੀ ਬੜੀ ਹੁੰਦੀ, ਸ਼ਾਇਦ ਉਹ ਬਰਫ਼ ਦੇ ਥੱਲੇ ਧਸ ਗਿਆ ਹੋਊਗਾ। ਹੁਣ ਇੰਝ ਮਹਿਸੂਸ ਹੁੰਦਾ ਵੀ ਜਿਵੇਂ ਕਿ ਉਹ ਜਿਹੜਾ ਡਿਵਾਈਸ ਆ ਖੁਰ ਖਰ ਕੇ ਜਾਂ ਸੁੜ ਕੇ ਬਿਲਕੁਲ ਕੇ ਥੱਲੇ ਆ ਗਿਆ ਉਹਦੇ ਵਿੱਚ ਜੀ। ਉਹ ਇੱਕ ਬੜਾ ਤਕੜਾ ਖੱਪਾ ਪੈ ਗਿਆ ਉਹਦੇ ਵਿੱਚ, ਉਹ ਪਹਾੜ ਦਾ ਪਹਾੜ ਜਿਹੜਾ ਖੱਪਾ ਪੈ ਗਿਆ ਉਹਦੇ ਵਿੱਚ ਜੀ।
ਉੱਤੇ ਉਹ ਜਿਹੜੀ ਜਗ੍ਹਾ ਵੀ ਕਾਲੀ ਹੋਈ ਦਿਖਾਈ ਦਿੰਦੀ ਹੈ। ਜੇ ਕਾਲੀ ਹੋਈ ਦਿਖਾਈ ਦਿੰਦੀ ਇਹਦਾ ਮਤਲਬ ਕੁਛ ਨਾ ਕੁਛ ਉੱਥੇ ਹੈਗਾ ਸੀਗਾ। ਚਲੋ ਜਿੰਨਾ ਕੁ ਨੁਕਸਾਨ ਹੋਇਆ ਉਹ ਤੇ ਕੁਦਰਤ ਜਾਣਦੀ ਹੈ। ਜੇ ਉਹ ਡਿਵਾਈਸ ਆ ਗਿਆ ਤੇ ਚਲੋ ਅਸੀਂ ਕਿਸੇ ਅਗਲੀ ਜਿਹੜੀ ਆਉਣ ਵਾਲੇ ਭਵਿੱਖ ਦੇ ਖਤਰੇ ਸੀ ਉਹ ਤੋਂ ਬਚ ਗਏ। ਲੇਕਿਨ ਇਹ ਜਿਹੜੀ ਝੀਲ ਬਣੀ ਹੈ ਜੀ, ਹੁਣ ਝੀਲ ਦਾ ਹਵਾਈ ਸਰਵੇਖਣ ਅਜੇ ਤੱਕ ਨਹੀਂ ਹੋਇਆ। ਨਹੀਂ ਨਾ ਜੀ, ਧਿਆਨ ਹੀ ਨਹੀਂ ਹੈਗਾ ਉਧਰ ਕਿਸੇ ਦਾ ਵੀ। ਹਵਾਈ ਸਰਵੇਖਣ ਜਦੋਂ ਹੋਊਗਾ ਫਿਰ ਪਤਾ ਲੱਗੂਗਾ ਵੀ ਇਹ ਪਾਣੀ ਕਿੱਥੋਂ ਤੱਕ ਪਿੱਛੇ ਜਮਾ ਤੇ ਇਹ ਪਾਣੀ ਇੱਥੋਂ ਕੱਢਣਾ ਕਿਵੇਂ ਜੀ। ਜੇ ਇੱਕ ਜੋਰ ਨਾਲ ਜਿਹੜੀ ਅੱਗੇ ਗਾਰ ਆ ਕੇ ਡਿੱਗੀ ਆ, ਇਹਨੇ ਕੰਧ ਬਣਾਈ ਅਗਲੇ ਪਾਸੇ, ਉਹ ਗਾਰ ਟੁੱਟੀ ਤੇ ਫਿਰ ਵੇਖੋ ਜਿਹੜਾ ਬਾਕੀ ਨਾ ਹੁੰਦਾ ਸਮਾਨ ਸੀ ਸਾਰਾ ਰੁੜ ਜਾਣਾ ਜੀ। ਲੋਕਾਂ ਨੂੰ ਉੱਥੇ ਲੱਡ ਕਰ ਦਿੱਤਾ ਗਿਆ, ਭਾਈ ਤੁਸੀਂ ਇਸ ਪਾਸੇ ਨਹੀਂ ਜਾਣਾ ਬਿਲਕੁਲ। ਜਿਹੜੇ ਰਾਹਤ ਕਰਮੀ ਉਹਨਾਂ ਨੂੰ ਕਹਿੰਦੇ ਵੀ ਆਪਣੇ ਵਹੀਕਲ ਪਾਸੇ ਕਰ ਲਓ, ਇੱਥੋਂ ਦਾ ਪਤਾ ਕੋਈ ਨਹੀਂ ਕਿਹੜੇ ਵੇਲੇ ਆ ਜਾਣਾ ਜੀ। ਜੇ ਉਹ ਜਿਹੜੀ ਝੀਲ ਆ ਉਹ ਰੁੜਦੀ ਆ ਤੇ ਫਿਰ ਹਰਿਦੁਆਰ ਤੱਕ ਵੀ ਪਾਣੀ ਉਹਦਾ ਆ ਸਕਦਾ, ਜਿਹਦੇ ਤੋਂ ਹਾਲ ਦੀ ਕਿਹੜੀ ਤੇ ਜਿਹੜੇ ਸਾਡੇ ਉੱਥੇ ਗਏ ਨੇ, ਇੱਕ ਡਾਕਟਰ ਹੈਗੇ ਸੁੰਦਰੀਆਂ ਦਾ ਡਾਕਟਰ ਹੈਗੇ ਨੇ ਵੀਪੀ ਸੁੰਦਰੀਆਂ ਜੀ, ਇਹ ਪ੍ਰੋਫੈਸਰ ਨੇ ਗੜਵਾਲ ਯੂਨੀਵਰਸਿਟੀ ਦੇ, ਇਹਨਾਂ ਨੇ ਕਿਹਾ ਕਿ ਖਤਰਾ ਕੋਈ ਨਹੀਂ ਕਿ ਪਾਣੀ ਥੋੜਾ ਥੋੜਾ ਵਗਣਾ ਸ਼ੁਰੂ ਹੋ ਗਿਆ ਜੀ। ਜੇ ਥੋੜਾ ਥੋੜਾ ਵਗਣਾ ਫਿਰ ਆਟੋਮੈਟਿਕ ਘਟਣਾ ਸ਼ੁਰੂ ਹੋ ਜਾਊਗਾ। ਜੇ ਕਿਤੇ ਟੁੱਟ ਗਈ, ਜੇ ਕਿਤੇ ਇੱਕਦਮ ਰੁੜ ਗਈ ਤੇ ਫਿਰ ਬੜੀ ਮੁਸ਼ਕਿਲ ਹੋਊਗੀ, ਸੰਭਾਲਣੀ ਮੁਸ਼ਕਿਲ ਹੋਊਗੀ ਜੀ। ਜੀ ਕਾਲ ਲੈ ਲਈਏ ਜੀ, 92-164 ਤੇ ਆਉਣੇ ਰਹੋ ਜੀ। ਜੀ ਹੈਲੋ ਵੀਰ ਜੀ, ਆਵਾਜ਼ ਨਹੀਂ ਆ ਰਹੀ ਆਪਣੀ ਐਪ ਤੇ। ਬਾਈ ਜੀ ਆ ਰਹੀ ਹੈ, ਤੁਸੀਂ ਉਹਨੂੰ ਚੈੱਕ ਕਰੋ। ਚੈੱਕ ਕੀਤਾ ਜੀ, ਕਿਹੜੀ ਵਜੇ ਦੇ ਜੀ? ਪੰਜਾਬ ਬਿਲਕੁਲ ਜੀ, ਉਸੇ ਤੇ ਹੀ ਹੈ ਜੀ, ਤੁਸੀਂ ਉਹਨੂੰ ਚੈੱਕ ਕਰੋ। ਨਹੀਂ ਤਾਂ ਹੁਣ ਨੂੰ ਸਾਰਿਆਂ ਦੇ ਫੋਨ ਆ ਜਾਣੇ ਸੀਗੇ। ਮੈਂ ਤਾਂ ਫਿਰ ਜੀ, ਜਾਂ ਤੁਹਾਡਾ ਨੈਟ ਦੀ ਪ੍ਰੋਬਲਮ ਹੋਏਗੀ ਜੀ, ਨੈਟ ਦੀ ਪ੍ਰੋਬਲਮ ਹੋਏਗੀ। ਮੈਂ ਤੁਹਾਨੂੰ ਇੱਕ ਮਿੰਟ ਆਪਣਾ ਮੈਂ ਤੁਹਾਨੂੰ ਆਵਾਜ਼ ਮਾਈਕ ਦੇ ਵਿੱਚ ਹੀ ਸੁਣਾ ਦਿੰਦੇ ਹਾਂ ਜੀ, ਜੇ ਆਹ ਗੱਲ ਹੈ। ਸੋ ਪ੍ਰੋਗਰਾਮ ਆਹ ਦੇਖੋ ਜੀ, ਠੀਕ ਹੈ ਜੀ। ਹਾਂ ਚਲੋ ਠੀਕ ਹੈ, ਹਾਂਜੀ ਹਾਂਜੀ, ਕਿਉਂਕਿ ਐਪ ਚੱਲ ਰਹੀ ਹੈ। ਸੋ ਪੱਟੀ ਸਾਹਿਬ, ਅੱਗੇ ਗੱਲਬਾਤ ਨੂੰ ਵਧਾਈਏ ਤਾਂ ਨੌਦੀਪ ਦੇ ਮਾਮਲੇ ਦੇ ਵਿੱਚ ਕੀ ਅਪਡੇਟਸ ਨੇ ਜੀ? ਕਿੰਨੀਆਂ ਕੇਸ ਨੇ ਉਹਦੇ ਉੱਤੇ? ਕਹਿੰਦੇ ਜਿਹੜਾ 307 ਦਾ ਕੇਸ ਹੈ ਉਹ ਕਿਹੜੇ ਮਾਮਲੇ 'ਚ ਹੈ ਤੇ ਉਹਦੇ 'ਚ ਜ਼ਮਾਨਤ ਮਿਲੀ ਨਹੀਂ ਮਿਲੀ, ਕੀ ਹੈ ਜੀ ਮਾਮਲਾ? ਇੱਕ ਇਹਦੇ ਤੇ ਦਸੰਬਰ 2020 ਦੇ ਵਿੱਚ ਕੇਸ ਦਰਜ ਹੋਇਆ ਸੀ ਜੀ। 2 ਕੇਸ ਉਦੋਂ ਬਾਅਦ ਦਰਜ, 3 ਕੇਸ ਜੀ। ਨੌਦੀਪ ਨੂੰ ਇੱਕ ਕੇਸ ਦੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਤੇ ਬਾਕੀ 2 ਕੇਸਾਂ ਜ਼ਮਾਨਤ ਮਿਲਣੀ ਜਿਹੜੀ ਉਹ ਬਾਕੀ ਜੀ। ਜਿਹੜੀ ਇੱਕ ਸਾਡੀ ਵਕੀਲਾਂ ਦੀ ਟੀਮ ਸੀ ਜਿਹੜੀ ਕੇਸ ਲੜ ਰਹੀ ਹੈ, ਉਹ ਜਾ ਕੇ ਨੌਦੀਪ ਨੂੰ ਜਾ ਕੇ ਜੇਲ੍ਹ 'ਚ ਮਿਲ ਕੇ ਆਈ ਹੈ ਤੇ ਨੌਦੀਪ ਨੇ ਗੱਲ ਕਹੀ ਹੈ ਵੀ ਬਲਾਤਕਾਰ ਦੀ ਬਿਲਕੁਲ ਝੂਠੀ, ਕੋਈ ਬਲਾਤਕਾਰ ਮੇਰੇ ਨਾਲ ਨਹੀਂ ਹੋਇਆ। ਇਹ ਆ ਵੀ ਮੇਰੇ ਸੱਟਾਂ ਇਹਨਾਂ ਮਾਰੀਆਂ ਨੇ, ਮੈਨੂੰ ਇਹਦੇ ਅੰਦਰ ਟੌਰਚਰ ਬਹੁਤ ਕੀਤਾ ਪੁਲਿਸ। ਅੱਛਾ ਜੀ। ਉਹਦੇ ਬਾਰੇ ਵੀ ਕਹਿੰਦੇ ਅਸੀਂ ਵੱਖਰਾ ਕੇਸ ਪਾਵਾਂਗੇ ਟੌਰਚਰਿੰਗ ਦਾ, ਵੀ ਜਿਹੜੀ ਇਹਦੀ ਮੈਡੀਕਲ ਹੋਇਆ, ਮੈਡੀਕਲ ਕੀ ਹੈ ਕੀ ਨਹੀਂ, ਸਾਰਾ ਵੇਖਿਆ ਜਾਊਗਾ ਜੀ। ਹੁਣ ਇੰਨਾ ਹਾਈ ਫਾਈ ਕੇਸ ਹੋ ਗਿਆ, ਇੰਟਰਨੈਸ਼ਨਲ ਤੇ ਰੌਲਾ ਪੈ ਗਿਆ, ਹੁਣ ਕਿਹੜਾ ਬੰਦਾ ਉਹਨੂੰ ਹੱਥ ਲਾਊਗਾ? ਬਿਲਕੁਲ ਜੀ। ਉਹ ਤੇ ਵੀਆਈਪੀ ਟ੍ਰੀਟਮੈਂਟ ਮਿਲਦਾ ਹੋਣਾ ਹੁਣ ਦੇ ਅੰਦਰ ਤੇ। ਅਗਲੇ ਪਾਸੇ ਜਿਹੜੀ ਸਾਡੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਆ ਜੀ ਗੁਲਾਟੀ, ਬੀਬੀ ਗੁਲਾਟੀ ਜਿਹੜੀ ਆ, ਉਹਨੇ ਮਨੀਸ਼ਾ ਗੁਲਾਟੀ ਆ, ਉਹਨੂੰ ਜਿਹੜੀ ਸੀ ਅਰੁਣਾ ਚੌਧਰੀ ਜਿਹੜੀ ਹੈਗੀ ਆ ਬਾਲ ਵਿਕਾਸ ਦੀ ਜਿਹੜੀ ਮੰਤਰੀ, ਉਹਨੇ ਇੰਨੀ ਗੱਲ ਕਹੀ ਵੀ ਤੁਸੀਂ ਜਾ ਕੇ ਮੁਲਾਕਾਤ ਕਰਕੇ ਆਓ। ਹੁਣ 15 ਤਰੀਕ ਨੂੰ ਮਨੀਸ਼ਾ ਗੁਲਾਟੀ ਜਾ ਕੇ ਉੱਥੇ ਜੇਲ੍ਹ ਜਾਏਗੀ, ਜੇਲ੍ਹ ਸੁਬਡਰ ਨੂੰ ਕਹਿ ਦਿੱਤਾ ਵੀ ਮੈਂ ਆ ਰਹੀ ਹਾਂ ਤੇ ਇੱਥੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਜੀ। ਉਹਦੀ ਮੁਲਾਕਾਤ ਤੋਂ ਬਾਅਦ ਉਹ ਆ ਕੇ ਬਾਅਦ ਆ ਕੇ ਕੀ ਦੱਸਦੇ ਆ, ਕੀ ਉਹਨਾਂ ਨਾਲ ਗੱਲਬਾਤ ਹੁੰਦੀ, ਉਹਨੂੰ ਪਤਾ ਲੱਗੇਗਾ। ਲੇਕਿਨ ਵਕੀਲਾਂ ਨੇ ਇਹ ਗੱਲ ਕਹੀ ਆ ਕਿ ਜਲਦੀ ਅਸੀਂ ਬਾਕੀ 2 ਕੇਸਾਂ ਦੀ ਜ਼ਮਾਨਤ ਕਰਾ ਕੇ ਤੇ ਨੌਦੀਪ ਨੂੰ ਜਿਹੜਾ ਅਸੀਂ ਕਢਾਵਾਂਗੇ ਤੇ ਸਾਡੀ ਅਸੀਂ ਹਾਈਕੋਰਟ ਪਾ ਕੇ ਕੁਐਸ਼ ਕਰਾਵਾਂਗੇ। ਐਫਆਈਆਰ ਨਹੀਂ ਕੀਤੀ ਇਹਦੇ ਖਿਲਾਫ ਜੀ, ਝੂਠੀਆਂ ਐਫਆਈਆਰ ਕੀਤੀਆਂ ਨੇ। ਇਸ ਕਰਕੇ ਨੌਦੀਪ ਜਿਹੜੀ ਆ ਉਹ ਇਸ ਵੇਲੇ ਤੇ ਬਣ ਗਈ ਹੈ, ਮੈਂ ਕਹਿੰਦਾ ਹੀਰੋ ਬਣ ਗਈ ਸਭ ਦੀ। ਜੰਗ ਏਦਾਂ ਹੀ ਲੜੀ ਜਾਂਦੀ ਹੈ ਜੀ। ਬਿਲਕੁਲ ਬਿਲਕੁਲ ਜੀ, ਜੰਗਾਂ ਤਾਂ ਐਂ ਲੜੀਆਂ ਜਾਂਦੀਆਂ। ਪਹਿਲਾਂ ਵੀ ਉਹ ਕੁੜੀ ਬੜੀ ਬਹਾਦਰ ਆ, ਇੱਕ ਬਲਬ ਫੈਕਟਰੀ 'ਚ ਕੰਮ ਕਰਦੀ ਸੀ ਜੀ, ਉੱਥੇ ਕੰਮ ਵੀ ਕਰਦੀ ਸੀ, ਪੜ੍ਹਦੀ ਸੀ, ਉਹਦੀ ਭੈਣ PhD ਕਰਦੀ ਸੀ, ਨੌਕਰੀ ਵੀ ਕਰਦੀ ਸੀ ਤੇ ਮਜ਼ਦੂਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਵੀ ਸੁਣਦੀ ਸੀ। ਕਸੂਰ ਉਹਦਾ ਕੀ ਸੀਗਾ? ਕਸੂਰ ਸਿਰਫ ਇੰਨਾ ਸੀ ਤੇ ਉਹ ਮੈਨੇਜਮੈਂਟ ਜਿਹੜੀ ਉੱਥੇ ਫੈਕਟਰੀ ਨੂੰ ਕਹਿ ਰਹੀ ਸੀ ਕਿ ਇਹਨਾਂ ਲੋਕਾਂ ਨੂੰ ਜਿਹੜੇ ਪਿਛਲੇ ਸਮੇਂ ਤੋਂ ਫੈਕਟਰੀ ਬੰਦ ਰਹੀ ਹੈ, ਜਦੋਂ ਇਹ ਕਰੋਨਾ ਪੀਰੀਅਡ ਦੇ ਵਿੱਚ, ਕੁਛ ਨਾ ਕੁਛ ਇਹਨਾਂ ਦੀ ਮਦਦ ਕੀਤੀ ਜਾਵੇ। ਇਹ ਗਰੀਬ ਆਦਮੀ, ਇਹ ਕਰਜ਼ਾਈ ਹੋਏ ਪਏ ਜੀ ਜੀ। ਉਹਨਾਂ ਜਦੋਂ ਉੱਥੇ ਮੁਜ਼ਾਹਰਾ ਕੀਤਾ ਤੇ ਉਹਨਾਂ ਫੈਕਟਰੀ ਵਾਲਿਆਂ ਤੇ 3 ਪਰਚੇ ਕਰਾਏ।
3 ਪਰਚੇ ਕਰਾ ਕੇ ਇਹਨੂੰ ਚੁਕਾਇਆ ਵੀ, ਸਭ ਕੁਝ ਕੀਤਾ। ਜਿਸ ਦਿਨ ਚੁੱਕੀ ਗਈ ਉਸ ਦਿਨ ਇਸ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸੀਗੀ 12 ਜਨਵਰੀ। ਅੱਛਾ ਜੀ। ਉਦੋਂ ਚਾਹੀਦਾ ਸੀ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਲੈਣ, ਲੇਕਿਨ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਪਤਾ ਹੀ ਲੱਗਾ ਮਾਮਲਾ ਕੋਈ ਹੋਰ ਸੀਗਾ, ਪਿੱਛੋਂ ਲੈ ਗਏ ਤੁਰਤੀ ਫਿਰਤੀ ਨੂੰ। ਹੁਣ ਤੇ ਜਦੋਂ ਇਹ ਮੀਨਾ ਹੈਰਿਸ ਨੇ ਮਾਮਲਾ ਉਠਾਇਆ ਤਾਂ ਉਦੋਂ ਬਾਅਦ ਪਤਾ ਲੱਗਾ ਵੀ ਇਹ ਵੀ ਕਿ ਨਦੀਪ ਜੇਲ੍ਹ 'ਚ ਬੈਠੀ ਹੈ। ਉਦੋਂ ਬਾਅਦ ਫਿਰ ਸਾਰੀਆਂ ਜਥੇਬੰਦੀਆਂ, ਦਿੱਲੀ ਕਮੇਟੀ ਸਾਰੇ ਗਏ ਨੇ, ਉਹਨਾਂ ਜਾ ਕੇ ਉਹਦੀ ਮੁਲਾਕਾਤ ਵੀ ਕੀਤੀ। ਮੁਲਾਕਾਤ ਤੋਂ ਬਾਅਦ ਹੁਣ ਨਵਦੀਪ ਨੂੰ ਸਿਰਫ ਇੱਕ ਕੇਸ ਤੋਂ ਮਿਲੀ ਆ, ਜ਼ਮਾਨਤ ਮਿਲੀ ਹੈ ਜੀ। ਦੂਸਰੇ 2 ਕੇਸਾਂ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਬਾਹਰ ਆ ਸਕੇ ਜੀ। ਜੀ ਚਲੋ, ਲੰਮੀ ਲੜਾਈਆਂ ਨੇ ਜੀ, ਬਹੁਤ ਕੁਛ ਹੈ, ਚੱਲਣਾ ਪੈਂਦਾ। ਸੰਘਰਸ਼ੀਲ ਜਿਹੜੇ ਆ ਯੋਧਿਆਂ ਨੂੰ ਤਾਂ ਇਹੋ ਜਿਹਾ ਕੁਛ ਝੱਲਣਾ ਹੀ ਪੈਂਦਾ। ਬਿਲਕੁਲ ਜੀ, ਬਿਲਕੁਲ। ਹਾਂ। ਤੇ ਹੁਣ ਆਪਾਂ ਬਲਵੰਤ ਸਿੰਘ ਰਾਜੋਆਣਾ ਮਾਮਲੇ ਦੇ ਵਿੱਚ ਕੀ ਅਪਡੇਟ ਆਈਆਂ ਨੇ ਜੀ? ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ 2012 ਦੀ ਇੱਕ ਐਪਲੀਕੇਸ਼ਨ ਦਿੱਤੀ ਸੀ ਐਸਜੀਪੀਸੀ ਨੇ ਵੀ ਇਹਦੀ ਸਜ਼ਾ ਮਾਫ ਕੀਤੀ ਜਾਵੇ ਜੀ। ਉਹ ਰਾਸ਼ਟਰਪਤੀ ਨੂੰ ਭੇਜੀ ਤੇ ਰਾਸ਼ਟਰਪਤੀ ਕੋਲ ਕੋਈ ਪਾਵਰ ਨਹੀਂ ਹੁੰਦੀ ਤੇ ਆਪਣੇ ਲੈਵਲ ਤੇ ਕਰੀ ਉਹ ਗਵਰਨਮੈਂਟ ਨੂੰ ਭੇਜਦਾ ਵਾ ਜੀ। ਉਹ ਜਿਹੜਾ ਲਾ ਮਿਨਿਸਟਰੀ ਉਹਨੂੰ ਭੇਜਦਾ, ਲਾ ਮਿਨਿਸਟਰੀ ਫਿਰ ਹੋਮ ਮਿਨਿਸਟਰੀ ਦੀ ਸਲਾਹ ਨਾਲ ਆਪਣੀ ਸਲਾਹ ਕਰਕੇ ਜੋ ਰਿਪੋਰਟ ਭੇਜੀ ਉਹਦੇ ਬਿਹਾਫ ਤੇ ਭੇਜੀ, ਉਹ ਰਾਸ਼ਟਰਪਤੀ ਆਪਣਾ ਫੈਸਲਾ ਲੈਂਦਾ ਜੀ। ਕਿਆ ਇਹ ਜਾਂਦਾ ਵੀ ਰਾਸ਼ਟਰਪਤੀ ਨੇ ਫੈਸਲਾ ਲਿਆ ਜੀ? ਲੇਕਿਨ ਰਾਸ਼ਟਰਪਤੀ ਫੈਸਲਾ ਲੈਂਦਾ, ਫੈਸਲਾ ਇਹ ਹੋਮ ਮਿਨਿਸਟਰ ਤੇ ਲਾ ਮਿਨਿਸਟਰ ਲੈਂਦੇ ਜੀ। ਉਹਦੇ ਵਿੱਚ ਇਹਦੀ ਜਿਹੜੀ 2012 ਵਿੱਚ ਤੁਹਾਨੂੰ ਪਤਾ ਹੈ, ਜੋ ਦੁਬਾਰਾ ਕੀ ਗੱਲ ਕਰੀ, ਜੋ ਫਾਂਸੀ ਲਾਉਣ ਦੀ ਗੱਲ ਕੀਤੀ ਸੀ, ਜਸਪਾਲ ਸਿੰਘ ਚੌਰਸ ਦਾ ਕਤਲ ਹੋਇਆ ਜਿਹੜਾ ਸੀ, ਕੱਲਾ ਮੁੰਡਾ ਹੈਗਾ ਸੀ। ਉਦੋਂ ਬਾਅਦ ਉਹ ਪੈਂਡਿੰਗ ਪਈ ਰਹੀ ਹੈ ਜਿਹੜੀ ਐਪਲੀਕੇਸ਼ਨ, ਉਹ ਪੈਂਡਿੰਗ ਪਈ ਰਹੀ। ਤੇ ਹੁਣ ਅੱਜ ਤੋਂ ਕੋਈ 1.5 ਮਹੀਨਾ ਪਹਿਲਾਂ ਜਿਹੜੀ ਸੁਪਰੀਮ ਕੋਰਟ ਨੇ ਕਿਹਾ ਵੀ ਇੰਨਾ ਚਿਰ ਇਹ ਜਿਹੜੀ ਆ ਇਹ ਪੈਂਡਿੰਗ ਕਿਉਂ ਪਈ, ਇਹਦਾ ਕਿਉਂ ਨਹੀਂ ਫੈਸਲਾ ਕੀਤਾ ਗਿਆ? ਉਹਨਾਂ ਸਰਕਾਰੀ ਵਕੀਲ ਨੂੰ ਸੱਦਿਆ, ਉਹਨੂੰ ਕਿਹਾ ਵੀ ਦੱਸੋ ਇਹਦਾ 6 ਹਫ਼ਤੇ ਤੁਸੀਂ ਜਵਾਬ ਦਿਓ ਸਾਨੂੰ ਜੀ, ਇਹਦਾ ਤੁਸੀਂ ਕੀ ਕੀਤਾ, ਹੁਣ ਤੇ ਕੀ ਕਰ ਰਹੇ ਹੋ ਤੁਸੀਂ? ਜੇ ਕਿ ਅੱਜ ਉੱਥੇ ਪੇਸ਼ ਹੋਏ ਨੇ ਉਹ ਵਕੀਲ ਸਾਹਿਬ, ਤੇ ਵਕੀਲ ਸਾਹਿਬ ਨੇ ਕਹਿਤਾ ਕਿ ਇਹ ਰਾਸ਼ਟਰਪਤੀ ਸਾਹਿਬ ਕੋਲ ਕਹੀ ਆ ਸਾਨੂੰ 6 ਹਫ਼ਤੇ ਤੱਕ ਉਹ ਟਾਈਮ ਦਿੱਤਾ ਜਾਵੇ। ਉਹਦੇ ਵਿੱਚ ਉਹਦੀ ਸਜ਼ਾ ਮਾਫੀ ਦੇ ਉੱਤੇ 6 ਹਫ਼ਤੇ ਦਾ ਟਾਈਮ ਜਿਹੜਾ ਹੋਰ ਦਿੱਤਾ ਗਿਆ ਵਾ। ਉਹਨਾਂ 6 ਹਫ਼ਤਿਆਂ ਉਹ ਕੀ ਰਿਪੋਰਟ ਆਉਂਦੀ ਆ, ਕੀ ਨਹੀਂ ਆਉਂਦੀ, ਕਿ ਫਿਰ ਟਾਈਮ ਦਿੰਦੇ ਆ, ਉਹ 6 ਹਫ਼ਤੇ ਬਾਅਦ ਪਤਾ ਲੱਗੇਗਾ ਜੀ। ਚਲੋ, ਤੇ ਆਪਾਂ ਹੁਣ ਇੱਕ ਹੋਰ ਖਬਰ ਕਰ ਲਈਏ। ਕਹਿੰਦੇ ਕੋਈ ਕਹਿੰਦਾ ਮਾਈ ਲਾਰਡ ਜ਼ਮਾਨਤ ਦੇ ਦਿਓ, ਕਹਿੰਦੇ 6 ਮਹੀਨਿਆਂ 'ਚ ਕਹਿੰਦੇ ਵਿਆਹ ਕਰਵਾ ਲੂੰਗਾ। ਕਿਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ? ਕਾਹਦੀ ਜ਼ਮਾਨਤ ਮੰਗਦਾ ਸੀ? ਉਹਨੇ ਜੀ ਕਿਸੇ ਲੜਕੀ ਨੇ ਕੀਤਾ ਸੀ ਬਲਾਤਕਾਰ। ਉਹ ਬਲਾਤਕਾਰ ਕੁੜੀ ਕਹਿੰਦਾ ਮੈंने ਬਲਾਤਕਾਰ ਦੋਸਤ ਸੀ ਉਹਦੀ ਤੇ ਬਲਾਤਕਾਰ ਕੀਤਾ, ਉਹਨੇ ਕੇਸ ਪਾਤਾ, ਮੇਰੇ ਨਾਲ ਸ਼ਾਦੀ ਦਾ ਵਾਅਦਾ ਕੀਤਾ, ਇਹਨੇ ਸ਼ਾਦੀ ਨਹੀਂ ਕੀਤੀ ਜੀ। ਉਹ ਥੱਲੇ ਤੁਰਿਆ ਗਿਆ ਸੁਪਰੀਮ ਕੋਰਟ ਨੂੰ, ਜਿਹੜਾ ਅਸੀਂ ਜਾ ਕੇ ਕਿਹਾ ਇੰਨੀ ਗੱਲ ਕਿ ਮਾਈ ਗਾਡ ਮੈਨੂੰ ਜਿਹੜੀ ਜ਼ੁਬਾਨ ਦਿੱਤੀ ਜਾਵੇ, ਮੈਂ 6 ਮਹੀਨੇ ਦੇ ਵਿੱਚ ਜਿਹੜਾ ਵਾ ਇਹਦੇ ਨਾਲ ਸ਼ਾਦੀ ਕਰ ਲੂੰਗਾ ਜੀ। ਉਹਨਾਂ 6 ਮਹੀਨੇ ਵਾਸਤੇ ਦੀ ਅਰੈਸਟ ਤੇ ਕਰ ਦਿੱਤੀ ਹੈ ਕਿ 6 ਮਹੀਨਿਆਂ ਦੇ ਵਿੱਚ ਤੂੰ ਆ ਕੇ ਤੇ ਇਹ 10 ਸ਼ਾਦੀ ਕੀਤੀ ਕਿ ਨਹੀਂ ਕੀਤੀ, ਤੂੰ ਦਾ ਸਮਝੌਤਾ ਉਸ ਲੜਕੀ ਨਾਲ ਹੋ ਗਿਆ, ਸ਼ਾਦੀ ਹੋ ਕੇ ਤੇ ਹੁਣ ਆਪਣੇ ਉਹ ਜਿਹੜੇ ਚੂੜਾ ਪਾ ਕੇ ਤੇ ਸਿਰੇ ਸੂਰੇ ਲਾ ਕੇ ਜਾ ਕੇ ਕੋਰਟ 'ਚ ਪੇਸ਼ ਹੋਣਗੇ। ਮਹਾਰਾਜ ਮਾਈ ਲਾਰਡ ਅਸੀਂ ਠੀਕ ਠਾਕ ਆ, ਤੁਹਾਨੂੰ ਬਰੀ ਕੀਤਾ ਜਾਵੇ ਜੀ ਜੀ। ਤੇ ਬਾਕੀ ਮੈਨੂੰ ਥੋੜਾ ਜਿਹਾ ਜਾਣਕਾਰੀ ਦਿਓ, ਤੁਹਾਡੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਵਿੱਚ ਹੁਣ ਅੱਜ ਤਾਂ ਹੁਣ ਚੋਣ ਪ੍ਰਚਾਰ ਬੰਦ ਹੋ ਗਿਆ, ਕੀ ਮਾਹੌਲ ਲੱਗਦਾ ਹੈ, ਕਿਸ ਤਰ੍ਹਾਂ ਦਾ? ਪਰ ਦੂਸਰੇ ਪਾਸੇ ਕੁਝ ਗੱਲਾਂ ਇਹ ਵੀ ਆ ਰਹੀਆਂ ਨੇ ਕਿ ਕਿਸਾਨੀ ਸੰਘਰਸ਼ ਦੇ ਝੰਡੇ ਦੇ ਥੱਲੇ ਵੀ ਬਹੁਤ ਕੁਛ ਗਲਤ ਕੀਤਾ ਜਾ ਰਿਹਾ। ਆਪਾਂ ਕਾਲ ਲੈ ਲਈਏ ਫਿਰ ਆਪਾਂ ਅੱਗੇ ਚੱਲਦੇ ਜੀ। ਸਤਿ ਸ਼੍ਰੀ ਅਕਾਲ ਜੀ। ਆਉਣੇ ਰੋ ਜੀ ਤੁਸੀਂ। ਧੰਨਵਾਦ ਸਾਹਿਬ, ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਸਾਹਿਬ, ਪੱਟੀ ਸਾਹਿਬ ਮੈਂ ਤੁਹਾਡੇ ਕੋਲ ਮਤਲਬ ਵੀ ਸਲਾਹ ਲੈਣੀ ਚਾਹੁੰਦਾ ਵਾਂ ਜੀ, ਮਸ਼ਵਰਾ ਹੀ ਕਰਦੇ ਆਪਾਂ ਕਿ ਜਿਸ ਤਰ੍ਹਾਂ ਹੁਣ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਮੋਰਚੇ ਲੱਗੇ ਨੇ ਜੀ, ਇਹ ਵੀ ਗੱਲ ਜ਼ਰੂਰੀ ਹੈ ਕਿ ਸਰਕਾਰ ਨੂੰ ਗੋਡੇ ਟੇਕਣੇ ਪੈਣਗੇ, ਬਿੱਲ ਵਾਪਸ ਲੈਣੇ ਪੈਣਗੇ, ਜਿੱਦਾਂ ਦੀ ਪੂਰੇ ਦੇਸ਼ ਦੇ ਵਿੱਚ ਲੋਕਾਂ ਦੀ ਇਕਜੁੱਟਤਾ ਹੋਣ ਡਈ ਹੈ ਜੀ, ਸਮਾਂ ਲੱਗ ਸਕਦਾ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਸਾਡੀ ਸੁਪਰੀਮ ਕੋਰਟ ਹੈ ਜੀ, ਇਹ ਸਾਰਿਆਂ ਹਾਈਵੇ ਦੇ ਉੱਤੇ ਜਿਹੜੇ ਨੇ ਹਾਈਵੇ ਬਲਾਕ ਕੀਤੇ ਨੇ, ਬਲਕਿ ਕਿਸਾਨਾਂ ਨੇ ਨਹੀਂ ਜੀ, ਇਹ ਤਾਂ ਸਰਕਾਰ ਨੇ, ਪੁਲਿਸ ਨੇ ਕੀਤੇ ਨੇ, ਸਰਕਾਰ ਨੇ ਕੀਤੇ ਨੇ ਜੀ। ਤੇ ਜਿਸ ਤਰ੍ਹਾਂ ਇਹ 5-5 ਲਹਿਰਾਂ ਲਾ ਕੇ ਤੇ ਜਿਹੜੇ ਹਾਈਵੇ ਨੇ ਰੋਕ ਛੜੇ ਨੇ ਤੇ ਦਿੱਕਤ ਤੇ ਲੋਕਾਂ ਨੂੰ ਆ ਰਹੀ, ਤੇ ਜਿਹੜਾ ਕਿਸਾਨਾਂ ਜਾਣਾ ਆਉਣਾ ਉਹਨਾਂ ਦੇ ਅੱਗੇ ਉਹ ਜਿੱਦਾਂ ਪੈੜੀ ਤੇ ਰਾਹ ਬਣਾਉਣੇ ਤੇ ਪਿਛਲੀਆਂ ਗਲੀਆਂ ਤੋਂ ਲੰਘ ਕੇ ਆਈ ਜਾਣਗੇ, ਤੇ ਇਹਨਾਂ ਨੂੰ ਬੈਰੀਅਰ ਲਾਉਣ ਦਾ ਕੀ ਫਾਇਦਾ? ਇਹਦੇ ਤੇ ਸੁਪਰੀਮ ਕੋਰਟ ਕੋਈ ਆਪਣਾ ਨਹੀਂ ਕਰ ਸਕਦੀ ਚਾਰਾ, ਤੇ ਤੁਸੀਂ ਕਾਹਦੇ ਵਾਸਤੇ ਕਿਹਦੇ ਵਾਸਤੇ ਲਾਏ ਨੇ ਤੁਸੀਂ?
ਕਿਸਾਨਾਂ ਤੇ ਜਾਈ ਜਾਣਾ, ਉਹਨਾਂ ਨੂੰ ਪਿਛਲੀਆਂ ਗਲੀਆਂ ਚੋਂ ਨਹੀਂ ਜਾਂ ਪੈਣੀਆਂ ਚੋਂ ਨਹੀਂ ਰਾਹ ਬਣਾ ਲੈਣਗੇ। ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਕੀ ਇਹ ਮਤਲਬ ਫਿਰ ਇਹ ਕਾਹਦੇ ਵਾਸਤੇ ਲਾਇਆ ਇਹਨੇ ਵੀ ਤੁਸੀਂ ਲੋਕਾਂ ਦਾ ਰਾਹ ਰੋਕ ਛੜੇ, ਸੜਕਾਂ ਰੋਕ ਛੜੇ, ਕਿਸਾਨਾਂ ਦਾ ਤੇ ਇਹਦੇ ਨਾਲ ਤਲਕ ਵਾਸਤਾ ਕੋਈ ਨਾ ਰਿਹਾ ਵੀ ਨਾ ਉਹਨਾਂ ਇੱਧਰੋਂ ਆਉਣਾ ਨਾ ਜਾਣਾ, ਉਹਨਾਂ ਪਿੱਛੋਂ ਗਲੀਆਂ ਚੋਂ ਦੀ ਰਾਹ ਬਣਾ ਲਏ ਨੇ, ਪੈਣੀ ਚੋਂ ਦੀ ਰਾਹ ਬਣਾ ਲਏ ਨੇ। ਤੇ ਸੁਪਰੀਮ ਕੋਰਟ ਨੇ ਇਹਦੇ ਵਿੱਚ ਆਪਣਾ ਲੈਣਾ ਨਹੀਂ ਚਾਹੀਦੀ ਕੋਈ ਹੁੰਦਾ ਜੀ? ਜੀ ਦੱਸੋ ਜੀ। ਜੀ ਪਟੀਸ਼ਨਾਂ ਤਾਂ ਪਈਆਂ ਨੇ, ਪਹਿਲਾਂ ਵੀ ਬਹੁਤ ਕੁਝ ਹੋਇਆ ਜੀ। ਪਹਿਲੀ ਗੱਲ ਤੇ ਆ ਜੀ, ਸਰਕਾਰ ਨੂੰ ਜਿਹੜੀ ਲੋਕਾਂ ਦੇ ਜਿਹੜੇ ਦਿੱਤੇ ਹੋਏ ਟੈਕਸ ਨਾਲ ਸੜਕ ਬਣਾਈ ਪੁੱਟਣ ਦਾ ਕੋਈ ਅਧਿਕਾਰ ਨਹੀਂ ਹੈਗਾ। ਇਹ ਪੁੱਟੀ ਉਦੋਂ ਜਾਂਦੀ ਜਦੋਂ ਕਿਤੇ ਦੂਸਰਾ ਦੇਸ਼ ਦੀ ਫੌਜ ਹਮਲਾ ਕਰਦੀ ਤੇ ਉਹਨੂੰ ਰੋਕਣ ਵਾਸਤੇ ਜਿਹੜਾ ਕੀਤਾ ਜਾਂਦਾ ਜੀ। ਤੁਹਾਨੂੰ ਪਤਾ ਹੋਏਗਾ ਜਦੋਂ 65 ਦੀ ਮੇਰੀ ਗੱਲ ਹੋਈ ਹੈ, 65 ਦੀ ਗੱਲ ਲੜਾਈ ਹੋਈ ਸ਼ਾਇਦ, ਹਰਬਖਸ਼ ਸਿੰਘ ਉਦੋਂ ਜਿਹੜਾ ਸੀ ਇੱਥੇ ਬਿਆਸ ਬਾਰਡਰ ਤੇ ਬੈਠਾ ਸੀ, ਲੈਫਟੀਨੈਂਟ ਜਨਰਲ ਸੀ ਸ਼ਾਇਦ ਉਦੋਂ ਜੀ, ਉਹਦੇ ਨਾਲ OSD ਸੀ ਕੈਪਟਨ ਅਮਰਿੰਦਰ ਸਿੰਘ। ਹਾਂਜੀ, ਉਦੋਂ ਇਹਨਾਂ ਨੂੰ ਕਿਹਾ ਗਿਆ ਸੀ, ਉੱਤੋਂ ਹਾਈ ਕਮਾਂਡ ਨੇ ਕਹਿ ਦਿੱਤਾ ਸੀ ਵੀ ਤੁਸੀਂ ਆਹ ਪੁਲ ਤੋੜ ਦਿਓ ਬਿਆਸ ਵਾਲਾ ਤੇ ਬਿਆਸ ਤੋਂ ਪਿੱਛੇ ਆ ਜਾਓ ਤੁਸੀਂ ਜੀ। ਤੇ ਜਨਰਲ ਹਰਬਖਸ਼ ਸਿੰਘ ਨੇ ਕਿਹਾ ਸੀ ਵੀ ਅਸੀਂ 1947 ਚ ਨਨਕਾਣਾ ਸਾਹਿਬ ਖੋਇਆ ਤੇ ਹੁਣ ਅੰਮ੍ਰਿਤਸਰ ਨਹੀਂ ਖੋਣਾ, ਅਸੀਂ ਜੋ ਹੋਊਗਾ ਵੇਖੀ ਜਾਓ ਜੀ। ਉਹਦੇ ਵਿੱਚ ਪੈਟਨ ਟੈਂਕ ਫਿਰ ਅਬਦੁਲ ਹਮੀਦ ਜਿਹੜਾ ਮੁਸਲਮਾਨ ਸਾਡਾ ਹੌਲਦਾਰ ਸੀ, ਉਹਨੇ ਉਹਦੀ ਜਿਹੜੀ ਹੈ ਪੈਟਨ ਟੈਂਕ ਬਾਰੇ ਕਿਹਾ ਸੀ ਅਮਰੀਕਾ ਨੇ ਵੀ ਅਮਰੀਕਾ ਇੰਡੀਆ ਦੇ ਕੋਲ ਕੋਈ ਹਥਿਆਰ ਨਹੀਂ ਜਿਹੜਾ ਪੈਟਨ ਟੈਂਕ ਤੇ ਕਿਹਨੂੰ ਤੋੜ ਸਕੇ। ਬਿਲਕੁਲ ਸਹੀ ਗੱਲ ਸੀ। ਉੱਤੇ ਬੜੇ ਵਾਰ ਕੀਤੇ ਗਏ, ਬੜੇ ਗੋਲੇ ਛੁੱਟੇ ਗਏ, ਪੈਟਨ ਟੈਂਕ ਨੂੰ ਕੁਛ ਨਹੀਂ ਸਿਆ। ਉਹ ਪੈਟਨ ਟੈਂਕ ਦੇ ਚੇਨ ਦੇ ਵਿੱਚ ਅਬਦੁਲ ਹਮੀਦ ਨੇ ਫਿਰ ਗੋਲੀ ਮਾਰੀ ਤੇ ਉਹਦਾ ਚੇਨ ਟੁੱਟੀ ਤੇ ਉਹ ਪੈਟਨ ਖਲੋ ਗਿਆ ਜੀ। ਉੱਥੋਂ ਫਿਰ ਇੱਕ ਨੁਕਤਾ ਮਿਲ ਗਿਆ ਇਹਨਾਂ ਨੂੰ, ਉਦੋਂ SR ਨਵੀਂ ਆਈ ਸੀ ਜੀ। ਇਹਨਾਂ ਨੇ ਜੋ ਅਮਰੀਕਾ ਨੇ ਕਿਹਾ ਇਹਨਾਂ ਫਿਰ 303 ਦਿੱਤੀ ਵੀ ਅਸੀਂ ਇਹਦਾ ਤੋੜਿਆ, ਕਹਿੰਦੇ ਇਹ ਬੰਦੂਕਧਾਰੀ ਜਿਹੜੀ ਹੈ ਸਾਡਾ ਚੇਨ ਨਹੀਂ ਤੋੜ ਸਕਦੀ, ਤੇ ਫਿਰ ਇਹਨਾਂ SR ਦਿੱਤੀ, ਮੈਂ ਕਿਹਾ ਹਾਂ ਇਹ ਤੋੜ ਸਕਦੀ ਜੀ। 200 ਟੈਂਕ ਬਣਾਤਾ ਸੀ ਉਦੋਂ ਇਹਨਾਂ ਨੇ ਇੱਥੇ ਜਿਹੜਾ ਸੀ ਨਕਲਿੰਦੇ ਆ ਭਿੱਖੀ ਵਿੱਚ ਜਿਹੜੀ ਗ੍ਰੇਵ ਯਾਰਡ ਬਣਤੀ ਸੀ ਪੈਟਨ ਟੈਂਕ ਜੀ। ਹੁਣ ਇਹਦੇ ਵਿੱਚ ਵੀ ਜਦੋਂ ਇਹੋ ਜਿਹੀ ਗੱਲ ਹੁੰਦੀ ਕੋਈ ਦੂਸਰੀ ਦੇਸ਼ ਦੀ ਆਰਮੀ ਹਮਲਾ ਕਰਦੀ, ਉਦੋਂ ਇਹੋ ਜਿਹੇ ਕੰਮ ਕੀਤੇ ਜੇ, ਸੜਕਾਂ ਪੁੱਟੀ ਜਾਂਦੀਆਂ, ਬੜਾ ਕੁਛ ਕੀਤਾ ਜਾਂਦਾ ਵੀ ਗਾਂ ਵੱਧ ਨਾ ਸਕੋ, ਰੋਕਿਆ ਜਾਵੇ ਕਿਸ ਤਰੀਕੇ ਜੀ। ਲੇਕਿਨ ਕਿਸਾਨ ਕੋਈ ਦੂਸਰੇ ਦੇਸ਼ ਦੀ ਫੌਜ ਨਹੀਂ ਹੈਗੀ। ਕਿਸਾਨ ਆਪਣੇ ਨੇ, ਅੰਨਦਾਤਾ ਤੁਸੀਂ ਆਪ ਮੰਨਦੇ ਹੋ, ਤੁਸੀਂ ਸੰਸਦ ਚ ਖਲੋ ਕੇ ਕਹਿੰਦੇ ਅੰਨਦਾਤਾ ਵਾ, ਅੰਨਦਾਤਾ ਤਾਂ ਇਹ ਅਰਥ ਨਹੀਂ ਕੀਤਾ ਜਾਂਦਾ ਜੋ ਤੁਸੀਂ ਕਰ ਰਹੇ ਹੋ ਜੀ। ਬਿਲਕੁਲ ਤੁਸੀਂ ਕਿਉਂ ਆ ਰਹੇ ਹੋ, ਉੱਥੇ ਪੱਥਰ ਲਾ ਰਹੇ ਹੋ, ਉੱਥੇ ਦੁਬਾਰਾ ਕਰ ਰਹੇ ਹੋ, ਇੱਕ ਕੀ ਕੁਛ ਕੀ ਨਹੀਂ ਕਰ ਰਹੇ। ਕਿਸਾਨ ਤਾਂ ਜਾਣੇ ਨਹੀਂ ਅਸੀਂ ਜੀ। ਜਿਹੜੀ ਗੱਲ ਤੁਸੀਂ ਸੁਪਰੀਮ ਕੋਰਟ ਦੀ ਗੱਲ ਕੀਤੀ, ਸੁਪਰੀਮ ਕੋਰਟ ਕਹਿ ਚੁੱਕੀ ਹੈ ਇਹਦੇ ਉੱਤੇ ਵੀ ਕਿਸੇ ਨੂੰ ਕੋਈ ਅਧਿਕਾਰ ਨਹੀਂਗਾ GT ਰੋਡ ਰੋਕਣ ਦਾ। ਬਿਲਕੁਲ ਨਹੀਂ ਹੈ ਜੀ। ਜਦੋਂ ਕਿਸਾਨਾਂ ਬਾਰੇ ਗੱਲ ਕਹੀ ਤੇ ਉਹਨਾਂ ਕਿਹਾ ਕਿਸਾਨ ਆਪਣੀਆਂ ਮੰਗਾਂ ਲੈ ਕੇ ਸ਼ਾਂਤਮਈ ਕਰ ਰਹੇ, ਪ੍ਰੋਟੈਸਟ ਕਰ ਰਹੇ। ਇਹਦਾ ਪ੍ਰਬੰਧ ਜਿਹੜਾ ਉਹ ਸਰਕਾਰ ਕਰੇ ਵੀ ਇਹਦੀ ਡਾਇਵਰਸ਼ਨ ਕੀ ਦੇਣੀ ਤੁਸੀਂ ਜੀ। ਸਰਕਾਰ ਉਹਨਾਂ ਨਾਲ ਗੱਲਬਾਤ ਕਿਉਂ ਨਹੀਂ ਕਰਦੀ? ਗੱਲਬਾਤ ਕਰਕੇ ਜੇ ਮੰਗਾਂ ਮੰਨੇ ਤਾਂ ਘਰ ਉਤਰੇ। ਕਿਸਾਨ ਜਿਹੜਾ ਸੜਕਾਂ ਦੇ ਤੇ ਉਹ ਚਾਹੀਦਾ ਵਾ ਖੇਤਾਂ ਦੇ ਵਿੱਚ। ਇਸ ਕਰਕੇ ਸੁਪਰੀਮ ਕੋਰਟ ਜਿੰਨੀ ਕੁ ਆਪਣੀ ਭੂਮਿਕਾ ਨਿਭਾਉਣੀ ਸੀ ਨਿਭਾ ਚੁੱਕੀ ਆ, ਤੇ ਬਹੁਤੀ ਭੂਮਿਕਾ ਨਿਭਾ ਨਹੀਂ ਸਕਦੀ ਜਿੱਥੇ ਪਾਸੇ ਸਰਕਾਰ ਕਿਉਂਕਿ ਤੁਹਾਡੇ ਸਾਹਮਣੇ ਆ ਜਦੋਂ ਰਾਮ ਮੰਦਿਰ ਦਾ ਆਇਆ ਵਾ ਫੈਸਲਾ ਆਇਆ ਵਾ, ਗੋਗੋਈ ਸਾਹਿਬ ਜਿਹੜੇ 4 ਜੱਜਾਂ ਸ਼ਾਮਲ ਸੀ ਵੀ ਸਭ ਕੁਝ ਅੱਛਾ ਨਹੀਂ ਚੱਲ ਰਿਹਾ। ਮੁੜ ਕੇ ਉਸੇ ਗੋਗੋਈ ਸਾਹਿਬ ਨੇ ਜਾ ਕੇ ਫੈਸਲਾ ਦੇ ਕੇ ਉਹ ਮੁੜ ਕੇ ਜਾ ਕੇ ਰਾਜ ਸਭਾ ਦੇ ਮੈਂਬਰ ਬਣ ਕੇ ਤੇ ਲੋਕਾਂ ਨੇ ਕਿੰਨੀਆਂ ਟਿੱਪਣੀਆਂ ਕੀਤੀਆਂ ਸੀ ਗੋਗੋਈ ਸਾਹਿਬ ਥਾਣੇ ਦਾ ਤੋਂ ਸਫਾਈ ਬੰਦੇ ਨੇ ਜੀ। ਇਸ ਕਰਕੇ 70% ਜੱਜਾਂ ਨੂੰ ਆਸ ਹੁੰਦੀ ਆ ਵੀ ਰਿਟਾਇਰਮੈਂਟ ਤੋਂ ਬਾਅਦ ਸਾਨੂੰ ਕੋਈ ਨਾ ਕੋਈ ਸਰਕਾਰ ਸੰਵਿਧਾਨਕ ਅਹੁਦਾ ਦੇ ਦੇਗੀ ਤੇ ਅਸੀਂ ਹੋਰ 5-7 ਸਾਲ ਜਿਹੜੀ ਐਸ਼ ਕਰ ਲਾਂਗੇ। ਇਸ ਕਰਕੇ ਵੀ ਜਾਬਤ ਦਿੰਦੇ ਤੇ ਇਸ ਵੇਲੇ ਜਿਹੜੀ ਹਾਲਤ ਬਣੀ ਉਹ ਹਿਟਲਰ ਵਾਲੀ ਬਣੀ ਪਈ ਸਾਡੇ ਹਿੰਦੁਸਤਾਨ ਦੀ। ਬਿਲਕੁਲ ਜੀ, ਬਿਲਕੁਲ ਜੀ ਜੀ। ਵੈਸੇ ਗੱਲ ਹੋਈ ਆ ਨਾ ਜੀ ਆਪਣੇ ਪੱਟੀ ਸਾਹਿਬ, ਹੁਣ ਦੁਨੀਆ ਭਰ ਦੇ ਵਿੱਚ ਜਿਹੜਾ ਗੱਲ ਹੋ ਰਹੀ ਹੈ ਕਿ ਇੰਨਾ ਵੀ ਤੁਸੀਂ ਇੱਕ ਡੈਮੋਕ੍ਰੈਟਿਕ ਜਿਹੜਾ ਹੈਗਾ ਦੇਸ਼ ਦੇ ਵਿੱਚ ਤੁਸੀਂ ਕਿਸੇ ਦਾ ਜਿਹੜਾ ਉਹਨੂੰ ਇੰਨਾ ਉਹਦਾ ਸੰਘ ਨਹੀਂ ਘੁੱਟ ਸਕਦੇ। ਹੁਣ ਇਹਦੇ ਉੱਤੇ ਵੀ ਹੈਗਾ ਹੈ ਜੀ ਹਾਲ ਹੈ। ਦੇਖੋ ਜੀ, ਇਹ ਕਰੋਨਾ ਵਿਲਸਨ ਹੈ ਜੀ, ਨਾ ਸੁਣਿਆ ਤੁਸੀਂ? ਕਰੋਨਾ ਵਿਲਸਨ PhD ਕਰਨ ਆਇਆ ਸੀ ਦਿੱਲੀ ਜੀ। ਇਹ ਬੰਦਾ ਬੜਾ ਇੰਟੈਲੀਜੈਂਟ ਤੇ ਇਹਦੇ ਤੇ ਜੋ ਦੋਸ਼ ਲਾਇਆ ਸੀ ਭੀਮਾ ਰਾਓ ਜਿਹੜਾ ਕੇਸ ਉਹਦੇ ਵਿੱਚ ਸ਼ਾਮਲ ਸੀ ਜੀ। ਇਹਨੂੰ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਉਹਦੇ ਵਿੱਚ ਵੇਖੋ, ਜੇ ਆਪਾਂ ਤਾਨਾਸ਼ਾਹ ਦੀ ਗੱਲ ਕਰਦੇ ਆ ਤੇ ਜਿਹੜਾ ਹਿਟਲਰ ਸੀ ਉਹ ਏਡਾ ਤਕੜਾ ਕਰਨਲ ਸੀ। 1925 ਜਿਹੜੀ ਆਮ ਚੋਣਾਂ ਹੋਈਆਂ ਨਾ ਜੀ, ਹਿਟਲਰ ਦੀ ਨਾਜ਼ੀ ਪਾਰਟੀ ਸਭ ਤੋਂ ਵੱਧ ਸੀਟਾਂ ਲਈਆਂ ਸੀ ਉਹਨੇ, ਲੇਕਿਨ ਬਹੁਮਤ ਨਹੀਂ ਮਿਲਿਆ ਜੀ।
ਤੇ ਰਾਸ਼ਟਰਪਤੀ ਨੇ ਕਿਹਾ ਵੀ ਚੱਲ ਠੀਕ ਆ ਯਾਰ, ਇਹਦੇ ਤੋਂ ਵੱਧ ਸੀਟਾਂ ਹੈਗੀਆਂ ਨੂੰ ਤੁਸੀਂ ਚਾਂਸ ਥਾਪ ਦਿਓ ਜੀ। ਚਾਂਸ ਥਾਪਣ ਤੋਂ ਬਾਅਦ ਜਿਹੜਾ ਵਾ ਕਿਤੇ ਕੁਦਰਤੀ 4 ਹਫ਼ਤੇ ਬਾਅਦ 27 ਫਰਵਰੀ 1933 ਨੂੰ ਉੱਥੋਂ ਦੀ ਸੰਸਦ ਭਵਨ ਨੂੰ ਅੱਗ ਲੱਗ ਗਈ ਜੀ। ਹਿਟਲਰ ਨੇ ਉਹ ਅੱਗ ਦਾ ਦੋਸ਼ ਸੀ ਕੈਮਿਸਟਾਂ ਦੇ ਉੱਤੇ ਮੜਿਆ, ਮੜ ਕੇ ਤੇ ਕੈਪਟਨ ਫਿਰ ਜਿਹੜੇ ਸੀ ਵਾਰੀ ਸਾਰੇ ਜੇਲ੍ਹ ਛੋੜ ਦਿੱਤੇ ਜੀ। ਤੇ ਜੋ ਕੁਝ ਉਹ ਉਸ ਤੋਂ ਬਾਅਦ ਵਾਪਰਿਆ ਜਰਮਨੀ ਤੁਸੀਂ ਵੇਖਿਆ, ਫਿਰ ਜੰਗ ਲੜੀ, ਸਭ ਕੁਝ ਹੋਇਆ ਜੋ ਹੋਇਆ ਤੁਹਾਡੇ ਸਾਹਮਣੇ, ਉਹ ਤਾਂ ਲੰਮੀ ਚੌੜੀ ਕਹਾਣੀ ਹੈ ਜੀ। ਤੇ ਅੱਜ ਕਹਿੰਦੇ ਭਾਵੇਂ ਅੱਗ ਲੱਗਣ ਦੀ ਕੋਈ ਲੋੜ ਨਹੀਂ ਹੈਗੀ, ਅੱਜ ਇਹੋ ਜਿਹੇ ਗੁਪਤਚਰ ਤਰੀਕੇ ਸਾਹਮਣੇ ਆ ਚੁੱਕੇ ਆ ਵੀ ਤੁਸੀਂ ਜਿਹੜਾ ਕੁਝ ਵੀ ਕਰ ਲਓ ਕੋਈ ਫਰਕ ਨਹੀਂ ਪੈਂਦਾ। ਹੁਣ ਜਿਹੜਾ ਇਹ ਰੋਨਾ ਵਿਲਸਨ ਆ ਜੀ, ਰੋਨਾ ਵਿਲਸਨ ਦਾ ਜਿਹੜਾ ਇੱਕ ਆਪਣੀ ਸਾਈਡ ਸੀ ਜਿਹਦੇ ਲੈਪਟਾਪ ਸੀ, ਉਹਦੀ ਸਾਈਡ ਦੇ ਉੱਤੇ ਉਹਦੀ ਸਾਈਡ ਦੇ ਵਿੱਚ ਜਿਹੜਾ ਸੀ ਉਹਦੀ ਚੋਰੀ ਕੀਤੀ ਜੀ। ਉਹਦੇ ਵਿੱਚ 22 ਫਾਈਲਾਂ ਪਾਈਆਂ ਗਈਆਂ। 22 ਫਾਈਲਾਂ ਪਾ ਕੇ ਤੇ ਉਹਨੂੰ ਬਦਨਾਮ ਕੀਤਾ ਵੀ ਇਹ ਦੇਸ਼ ਵਿਰੋਧੀ ਆ ਤੇ ਇਹ ਸਾਰੀ ਸਕੀਮ ਬਣਾ ਰਿਹਾ ਸੀ ਪ੍ਰਧਾਨ ਮੰਤਰੀ ਨੂੰ ਮਾਰਨ ਦੀ। ਅੱਛਾ, ਠੀਕ ਹੈ ਜੀ। ਜਦੋਂ ਕਿ ਇਹਦੇ ਵਿੱਚ ਗੱਲ ਹੀ ਕੋਈ ਨਹੀਂ ਸੀਗੀ, ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ, ਕਿਹੜੀ ਫਾਈਲ ਦੀ ਗੱਲ ਕਰਦੇ ਤੁਸੀਂ। ਜਦੋਂ ਸਾਡੇ ਸਾਈਬਰ ਕ੍ਰਾਈਮ ਨੇ ਉਹ ਵੇਖਿਆ ਵੀ 22 ਫਾਈਲਾਂ ਦੇ ਵਿੱਚ ਜਿਹਦੇ ਵਿੱਚ ਚਿੱਠੀਆਂ ਲਿਖੀਆਂ ਗਈਆਂ ਵੀ ਪ੍ਰਧਾਨ ਮੰਤਰੀ ਨੂੰ ਮਾਰਨਾ ਕਿੱਦਾਂ ਸਕੀਮਾਂ ਬਣਾਈਆਂ ਗਈਆਂ। ਹੁਣ ਸਵਾਲ ਇਹ ਪੈਂਦਾ ਇਹਦੇ ਵਿੱਚ, ਉਹਦੇ ਤੋਂ ਬਾਅਦ ਜਿਹੜੇ ਹੋਰ ਬੰਦੇ ਫੜੇ ਗਏ, ਸੁਧਾ ਭਾਰਦਵਾਜ ਨੂੰ ਫੜਿਆ ਗਿਆ, ਨੰਦ ਤਿਲਮੜੀ ਫੜਿਆ ਗਿਆ, ਕਵੀ ਵਰਵਰਾ ਨੂੰ ਫੜਿਆ ਗਿਆ, ਸਿੰਘ ਸੋਈ ਫੜਿਆ ਗਿਆ, ਫਿਰ ਜਿਹੜੇ ਸੀ ਹੋਰ ਵੀ ਕਈ ਬੰਦੇ ਫੜੇ ਗਏ। ਹੁਣ ਇਹਦੇ ਵਿੱਚ ਕੀ ਕੀਤਾ, ਉਹਨੇ ਜਿਹੜਾ ਸੀ ਅੰਦਰ ਬੈਠਾ ਸੀ ਮੁੰਡਾ ਇੰਟੈਲੀਜੈਂਟ ਆਫ ਸੀ ਜੀ, ਉਹਨੇ ਆਪਣੇ ਵਕੀਲ ਨੂੰ ਕਿਹਾ ਵੀ ਕੋਰਟ ਦੇ ਵਿੱਚ ਇੱਕ ਦਰਖਾਸਤ ਦੇ ਕੇ ਜੋ ਕੁਝ ਆਪਾਂ ਨੂੰ ਬਾਅਦ ਚ ਹੁਣ ਡਾਕੂਮੈਂਟਸ ਮਿਲ ਰਹੇ ਆ ਜੀ, ਇਹਦੀ ਮੈਮਰੀ ਤੇ ਦੀ ਜਿਹੜੀ ਹਾਰਡ ਡਿਸਕ ਜੀ, ਇਹਦੀ ਕਾਪੀ ਲਓ ਤੁਸੀਂ। ਉਹਦੇ ਵਕੀਲ ਨੇ ਕੋਰਟ ਦੇ ਥਰੂ ਉਹ ਕਾਪੀ ਲਈ। ਕਾਪੀ ਲੈ ਕੇ ਇੱਕ ਅਮਰੀਕਾ ਦੀ ਇੱਕ ਜਿਹੜੀ ਫੋਰੈਂਸਿਕ ਸਮੂਹ ਹੈਗੀ ਆ ਆਰਚੇ ਕੰਸਲਟਿੰਗ ਜੀ, ਇਹ ਬੜੀ ਤਕੜੀ ਕੰਪਨੀ ਹੈਗੀ, ਇਹ 2009 ਦੇ ਵਿੱਚ ਹੋਣ ਚਾਹੀ ਸੀ। ਇਹ ਵਰਲਡ ਲੈਵਲ ਤੇ ਜਦੋਂ ਵੀ ਇਹੋ ਜਿਹੀ ਸਾਈਬਰ ਕ੍ਰਾਈਮ ਦੀ ਫਸੀ ਕੰਮ ਕਰਦੇ ਇਹ ਕਰਦੇ। ਇਹਨਾਂ ਨੇ ਫਿਰ ਉਹਦੇ ਚ ਦੱਸਿਆ ਵੀ ਇਹ ਜਿਹੜੀ ਹਾਰਡ ਡਿਸਕ ਤੇ ਮੈਮਰੀ ਕਾਰਡ ਦੇ ਮੁਤਾਬਕ 22 ਫਾਈਲਾਂ ਜਿਹੜੀਆਂ ਇਹ ਜਿਹੜੀ ਹੈ ਬਾਹਰੋਂ ਇਹਦੇ ਚ ਪਾਈਆਂ ਗਈਆਂ। ਅੱਛਾ ਜੀ। ਉਹ ਚ ਰੋਨਾ ਵਿਲਸਨ ਦਾ ਕੋਈ ਕਸੂਰ ਨਹੀਂ ਹੈਗਾ। ਹੁਣ ਉਹਨੂੰ 22 ਮਹੀਨੇ ਤੱਕ ਹੈ ਕਰਕੇ ਰੱਖਿਆ ਨਾ। ਹਾਂ ਦੱਸੋ। 2016 ਤੋਂ 22 ਮਹੀਨੇ ਤੱਕ ਹੈ ਕਰਕੇ ਰੱਖਿਆ ਉਹਨੂੰ। ਹੁਣ ਇਹ ਜਿਹੜਾ ਰੋਨਾ ਵਿਲਸਨ ਹੈ ਇਹ ਮੇਰੇ ਖਿਆਲ 2018 ਤੋਂ ਜੇਲ੍ਹ ਚ ਬੈਠਾ ਜੀ। ਹੁਣ ਇਹ ਕਹਿੰਦੇ ਇੰਨੀ ਗੱਲ ਵੀ ਆਹ ਵੇਖੋ ਜੀ, ਜਿਹੜਾ ਹੈਗਾ ਸੀ ਉਹਦਾ ਆਪਣਾ MD ਹੈਗਾ ਸੀ ਜੀ, ਜਿਹੜੀ ਆਰਥਰ ਦੀ ਰਿਪੋਰਟ ਆ ਉਹਦਾ ਜਿਹੜਾ ਹੈਗਾ ਵਾ ਆਪਣਾ MD, ਉਹਨੇ ਇੱਕ ਟੀਵੀ ਦੀ ਇੰਟਰਵਿਊ ਦਿੱਤੀ ਤੇ ਅਸੀਂ ਜੋ ਵੀ ਇਹਦੀ ਪੜਤਾਲ ਕੀਤੀ ਬਿਲਕੁਲ ਦਰੁਸਤ ਕੀਤੀ ਜੀ। ਉੱਥੋਂ ਦੇ ਸਾਈਬਰ ਕ੍ਰਾਈਮ ਨੇ ਮੁੜ ਕੇ ਇਹਦੀ ਰਿਪੋਰਟ ਜਿਹੜੀ ਆ 3 ਏਜੰਸੀਆਂ ਹੋਰ ਕੋਲ ਲਈ ਤੇ ਠੀਕ ਆ, ਉਹਨਾਂ ਦੇ ਉੱਤੇ ਮੋਹਰ ਲਾਤੀ ਵੀ ਜੋ ਇਹਨਾਂ ਕੀਤਾ ਬਿਲਕੁਲ ਠੀਕ ਕੀਤਾ ਜੀ। ਆਹ ਚੈਨਲ ਕੰਸਲਟਿੰਗ ਨੇ ਜੋ ਕੀਤਾ ਠੀਕ ਕੀਤਾ, ਬਿਲਕੁਲ 22 ਫਾਈਲਾਂ ਪਾਈਆਂ ਗਈਆਂ। ਇਹਦੇ ਵਿੱਚ ਹੁਣ ਬਰਬਰਾ ਲੈ ਲਓ, ਤੁਸੀਂ ਤਿਲੁਬੜੇ ਲੈ ਲਓ, ਇਹਨਾਂ ਦੀਆਂ ਸਾਈਟਾਂ ਦੇ ਵਿੱਚ ਵੀ ਏਦਾਂ ਹੀ ਫਾਈਲਾਂ ਪਾਈਆਂ ਗਈਆਂ। ਆਈ ਹੁੰਦਾ ਜੀ, ਆਈ ਹੁੰਦਾ। ਹੁਣ ਸਵਾਲ ਇਹ ਪੈਦਾ ਹੁੰਦਾ, ਹੁਣ ਇੰਨਾ ਹੀ ਮੰਨਣ ਨੂੰ ਤਿਆਰ ਨਹੀਂ ਗੀ। ਉਹ ਕਹਿੰਦੇ ਆ ਕੋਰਟ ਤੁਸੀਂ ਜਾਵਾਂਗੇ, ਕੋਰਟ ਜਾ ਕੇ ਪੱਖ ਰੱਖਾਂ, ਕੋਰਟ ਨੂੰ ਕਵਾਂਗੇ ਇਹਨਾਂ ਛੱਡੋ ਕਿ ਜਿਹੜਾ ਕਸੂਰ ਕੋਈ ਨਹੀਂ ਹੈਗਾ। ਹੁਣ ਇਹਦੇ ਵਿੱਚ ਅਗਲੀ ਗੱਲ ਕੀ ਆ, ਜਿਹੜਾ ਇਹਦਾ ਜਸੂਸੀ ਸਾਫਟਵੇਅਰ ਹੈ ਨਾ ਪੈਗਾਸਸ, ਅੱਛਾ ਜੀ, ਉਹ ਸਾਫਟਵੇਅਰ ਸਿਰਫ ਸਰਕਾਰਾਂ ਨੂੰ ਮਿਲਦਾ, ਬਾਕੀ ਕਿਸੇ ਨੂੰ ਨਹੀਂ ਮਿਲਦਾ। ਅੱਛਾ ਜੀ। ਜੇ ਉਹ ਸਰਕਾਰਾਂ ਨੂੰ ਮਿਲਦਾ ਤੇ ਫਿਰ ਤਾਂ ਬਹੁਤ ਵੱਡੀ ਗੱਲ ਹੈ। ਫਿਰ ਸਰਕਾਰ ਪਤਾ ਕਰੇ ਵੀ ਇਹ ਫਾਈਲਾਂ ਕਿਵੇਂ ਰੋਨਾ ਵਿਲਸਨ ਦੀ ਸਾਈਟ ਤੇ ਗਈਆਂ। ਹਾਂ ਉਹ ਐਨਾ ਕਿਉਂ ਨਹੀਂ ਪੜਤਾਲ ਕਰੀ, ਉਹ ਪੜਤਾਲ ਕਰੇ ਤੇ ਇਹਨਾਂ ਵਿਚਾਰੇ ਗਰੀਬਾਂ ਨੂੰ ਛੱਡੇ, ਇਹਨਾਂ ਨੂੰ ਬੜੇ ਅੰਦਰ ਕੀਤਾ। ਰੌਲਾ ਤਾਂ ਇਹ ਨਾ ਗਰੀਬਾਂ ਦੀ ਸੁਣੇ ਕੌਣ, ਪੱਟੀ ਸਾਹਿਬ। ਜੀ ਸੋ ਮਿਹਰਬਾਨੀ ਪੱਟੀ ਸਾਹਿਬ। ਇਸ ਕਰਕੇ ਤੁਸੀਂ ਵੀ ਸੇਫ ਨਹੀਂ, ਤੁਹਾਡੀ ਵੀ ਫਾਈਲ ਨਾ ਕੋਈ ਸੇਫ ਨਹੀਂ ਜੀ ਇੱਥੇ ਤਾਂ ਵਹਿਮ ਹੀ ਆ ਆਪਾਂ ਨੂੰ। ਅਸੀਂ ਰਾਤ ਨੂੰ ਮੋਬਾਈਲ ਵਰ ਕੇ ਸੌਂਦੇ ਆ, ਬੰਦ ਕਰਕੇ ਸੌਂਦੇ, ਜੋ ਸਵੇਰੇ ਉੱਠਦੇ ਔਨ ਕਰਦੇ ਤਾਂ ਆਟੋਮੈਟਿਕਲੀ ਮੁੜ ਕੇ ਫਿਰ ਅਪਡੇਟ ਹੋਣਾ ਸ਼ੁਰੂ ਹੋ ਜਾਂਦਾ। ਬਿਲਕੁਲ ਜੀ, ਬਿਲਕੁਲ ਸਾਰਾ ਕੁਝ ਇਹਦੇ ਵਿੱਚ ਹੀ ਹੈ। ਹਾਂਜੀ ਮਿਹਰਬਾਨੀ ਜੀ ਪੱਟੀ ਸਾਹਿਬ, ਸ਼ੁਕਰੀਆ, ਧੰਨਵਾਦ। ਸੋ ਹੁਣ ਤੋਂ ਥੋੜੀ ਦੇਰ ਬਾਅਦ ਬ੍ਰੇਕ ਤੋਂ ਬਾਅਦ ਜੁੜਾਂਗੇ ਸ਼ਿਵਿੰਦਰ ਹੋਰਾਂ ਨਾਲ, ਵਿਸਥਾਰ ਦੇ ਨਾਲ ਬਹੁਤ ਕੁਝ ਗੱਲਾਂ ਕਰਾਂਗੇ। ਹਫ਼ਤਾ ਦੇ ਵਿੱਚ ਕੀ ਕੁਝ ਖਾਸ ਵਾਪਰਿਆ।